ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ। ਹਿਰਦੈ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਹਰਾ ਪਰ ਪੁਨ ਪੁਨ ਸੀਸਾ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਅੰਤਰਜਾਮੀ ਸੁੱਖਾਂ ਦੇ ਸਾਗਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਦੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਹਜ਼ੂਰ ਸੱਜੇ ਹੋਏ ਹੋ। ਸਤਿਗੁਰੂ ਜੀ ਦੇ ਬੜੇ ਸੋਹਣੇ ਦਰਸ਼ਨ ਆਪ ਜੀ ਕਰ ਰਹੇ ਹੋ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪਾਂ ਛੇਵੇਂ ਪਾਤਸ਼ਾਹ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰਵਣ ਕਰ ਰਹੇ ਹਾਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆ ਨੂੰ ਤਾਰ ਰਹੇ ਹਨ ਜੀ। ਤਾਰਦਿਆਂ ਸੱਚੇ ਪਾਤਸ਼ਾਹ ਮਹਾਰਾਜ ਕਸ਼ਮੀਰ ਤੋਂ ਬਾਅਦ ਮਹਾਰਾਜ ਜੀ ਅੱਗੇ ਫੇਰੀ ਦੇ ਦੌਰਾਨ ਮਹਾਰਾਜ ਜੀ ਦਾ ਮਾਤਾ ਮਰਵਾਈ ਜੀ ਦੇ ਨਾਲ ਵਿਆਹ ਹੋਇਆ ਜੀ। ਉਹ ਪ੍ਰਸੰਗ ਤੁਸਾਂ ਨੇ ਸਰਵਣ ਕੀਤਾ। ਮਹਾਰਾਜ ਜੀ ਨੂੰ ਫਿਰ ਉੱਥੇ ਆ ਕੇ ਭਾਈ ਲੰਗਾਹ ਜੀ ਮਿਲੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਅਸਥਾਨ 'ਤੇ ਦੁਸ਼ਟ ਮਹਾਰਾਜ ਕਾਜੀ ਜਿਹੜਾ ਉਹ ਮਸੀਤ ਬਣਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਭਾਈ ਲੰਗਾਹ ਜੀ ਚਿੰਤਾ ਨਹੀਂ ਕਰਨੀ, ਇਹ ਗੁਰੂ ਸਾਹਿਬ ਦਾ ਥਾਂ ਹੈ, ਜਿਹੜਾ ਮਾੜੀ ਅੱਖ ਰੱਖੇਗਾ ਜੜੋਂ ਹੀ ਪੁੱਟਿਆ ਜਾਵੇਗਾ ਜੀ। ਇਹ ਬਚਨ ਕੀਤੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਆਏ ਹੈ। ਬਹੁਤ ਜ਼ਿਆਦਾ ਚਾਅ ਅੰਮ੍ਰਿਤਸਰ ਸਾਹਿਬ ਜੀ ਦੀਆਂ ਸੰਗਤਾਂ ਨੇ ਕੀਤਾ ਹੈ। ਮਹਾਰਾਜ ਜੀ ਮਾਤਾ ਮਰਵਾਹੀ ਜੀ ਦਾ ਡੋਲਾ ਘਰ ਵਿੱਚ ਛੱਡ ਕੇ ਆਪ ਸੱਚੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਸਤਿਗੁਰੂ ਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਕਾਰ ਕਰਦੇ ਹਨ। ਫਿਰ ਅਕਾਲ ਤਖਤ ਸਾਹਿਬ 'ਤੇ ਸੱਜੇ ਪੈਂਦੇ ਖਾਂ ਮਹਾਰਾਜ ਨੂੰ ਆ ਕੇ ਮਿਲਿਆ। ਇਹ ਕਥਾ ਆਪ ਜੀ ਨੇ ਸੁਣੀ ਸੀ। ਹੁਣ ਆਪਾਂ ਅੱਗੇ ਕਥਾ ਸੁਣੀਏ। ਗੱਜ ਕੇ ਸਾਰੀ ਸੰਗਤ ਆਖੋ ਸਤਿਨਾਮ। ਹਾਂਜੀ। ਦੋਹਰਾ ਸ਼੍ਰੀ ਗੁਰ ਦਿੱਤਾ ਪੁੱਤਰ ਤਹਿ ਲਿਆਏ ਸਤਿਗੁਰ ਤੀਰ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ
ਮਹਾਰਾਜ ਜੀ ਦੇ ਕੋਲ ਫਿਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਪੁੱਤਰ ਨੂੰ ਲੈ ਕੇ ਆਏ, ਸ੍ਰੀ ਗੁਰਦਿੱਤਾ ਜੀ ਨੂੰ। ਪਾਪ ਬਾਬਾ ਗੁਰਦਿੱਤਾ ਜੀ ਨੂੰ ਲੈ ਕੇ ਆਏ। ਲੀਨ ਅੰਕ ਦੁਲਰਾਵਤੇ ਮ੍ਰਿੰਦਲ ਬਾਕ ਤੇ ਧੀਰ। ਮਹਾਰਾਜ ਸੱਚੇ ਪਾਤਸ਼ਾਹ ਨਾ ਬਾਬਾ ਗੁਰਦਿੱਤਾ ਜੀ ਨੂੰ ਗੋਦ ਵਿੱਚ ਲੈ ਕੇ ਦੁਲਾਰ ਕਰਦੇ ਆ, ਪਿਆਰ ਕਰਦੇ ਆ, ਮਿੱਠੇ ਮਿੱਠੇ ਬੋਲ ਬੋਲਦੇ ਆ। ਸੰਗਤ ਜੀ ਬਾਬਾ ਗੁਰਦਿੱਤਾ ਜੀ ਆਮ ਨਹੀਂ ਨਾ ਹੈਗੇ ਜੀ। ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬੜੀ ਵੱਡੀ ਭਗਤੀ ਹੈ ਜੀ। ਮੁਰਦੇ ਨੂੰ ਜਿਉਂਦਾ ਕਰਨ ਦੀ ਸਮਰੱਥਾ ਰੱਖਦੇ ਬਾਬਾ ਜੀ ਬਾਬਾ ਗੁਰਦਿੱਤਾ ਜੀ। ਬਹੁਤੀ ਵੱਡੀ ਭਗਤੀ ਵਾਲੇ ਹਨ ਬਾਬਾ ਗੁਰਦਿੱਤਾ ਜੀ। ਸੱਚੇ ਪਾਤਸ਼ਾਹ ਉਹਨਾਂ ਨੂੰ ਗੋਦ ਵਿੱਚ ਲੈ ਕੇ ਦੁਲਾਰਦੇ ਆ, ਮਿੱਠੇ ਮਿੱਠੇ ਬੋਲ ਬੋਲਦੇ ਹਨ। ਚੌਪਈ ਜਥਾ ਜੋਗ ਸਭ ਕੋ ਸਨਮਾਨਾ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰਿਆਂ ਦਾ ਸਨਮਾਨ ਕੀਤਾ। ਹਰ ਸਿੱਖ ਦਾ ਅਧਿਕਾਰ ਹੈ, ਜਿੰਨੀ ਜਿਹਦੀ ਪਹੁੰਚ ਹੈ ਜੀ। ਮਹਾਰਾਜ ਜੀ ਜਥਾ ਜੋਗ ਦਾ ਭਾਵ ਹੈ ਵੀ ਸਮਰੱਥਾ ਅਨੁਸਾਰ ਹਰ ਇੱਕ ਦਾ ਹੀ ਮਹਾਰਾਜ ਸਤਿਕਾਰ ਕਰਦੇ ਆ। ਹਾਂਜੀ। ਸਿੱਖ ਮਸੰਦ ਸੁਪਟ ਜੇ ਨਾਨਾ। ਬੜੇ ਬੜੇ ਸਿੱਖ, ਬੜੇ ਬੜੇ ਮਸੰਦ, ਬੜੇ ਬੜੇ ਸੂਰਮੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ ਅਕਾਲ ਤਖਤ ਸਾਹਿਬ। ਮਹਾਰਾਜ ਜੀ ਨੇ ਸਾਰਿਆਂ ਦਾ ਹੀ ਸਨਮਾਨ ਕੀਤਾ ਜੀ। ਵੇਖੋ ਨਾ ਜੀ, ਜਥਾਯੋਗ ਸਨਮਾਨ ਹੁੰਦਾ ਹੈ ਜੀ। ਜਿਹੜਾ ਵਿਅਕਤੀ ਜਿੰਨੇ ਸਨਮਾਨ ਦਾ ਅਧਿਕਾਰ ਰੱਖਦਾ ਉਹਨੂੰ ਓਨਾ ਸਨਮਾਨ ਮਹਾਰਾਜ ਦਿੰਦੇ ਆ ਜੀ। ਹਾਂਜੀ। ਪੁੰਨ ਉਠ ਨਿਜ ਮੰਦਰ ਕੋ ਗਏ। ਤੁਸੀਂ ਇਹ ਸੋਚੋਗੇ ਵੀ ਮਹਾਰਾਜ ਵਿਤਕਰਾ ਕਰਦੇ ਆ। ਵਿਤਕਰੇ ਦੀ ਗੱਲ ਨਹੀਂ ਹੈਗੀ। ਸਾਧ ਸੰਗਤ ਜੀ, ਹੁਣ ਬਾਬਾ ਬੁੱਢਾ ਜੀ ਵਾਲਾ ਸਤਿਕਾਰ ਥੋੜੀ ਸਾਰਿਆਂ ਨੂੰ ਦੇ ਦੇਣਾ ਜੀ। ਹਾਂਜੀ, ਹਰ ਇੱਕ ਦਾ ਆਪੋ ਆਪਣਾ ਫਿਰ ਸਤਿਕਾਰ ਹੋਇਆ ਨਾ ਜੀ। ਤੇ ਮਹਾਰਾਜ ਫਿਰ ਸਾਰਿਆਂ ਦਾ ਸਤਿਕਾਰ ਕਰਕੇ ਸਨਮਾਨ ਕਰਕੇ ਫਿਰ ਗੁਰੂ ਕੇ ਮਹਿਲਾਂ ਵਿੱਚ ਗਏ ਜੀ। ਹਾਂਜੀ। ਖਾਨ ਪਾਨ ਨਾਨਾ ਬਿਦ ਕਏ। ਕਈ ਪ੍ਰਕਾਰ ਦਾ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਭੋਜਨ ਤਿਆਰ ਕੀਤਾ ਗਿਆ, ਲੰਗਰ ਤਿਆਰ ਕੀਤਾ ਗਿਆ। ਗੁਰੂ ਜੀ ਬੜੇ ਸਹਿਜ ਵਿੱਚ ਆ ਕੇ ਉਹ ਭੋਜਨ ਪ੍ਰਸ਼ਾਦ ਛਕਦੇ ਆ। ਹਾਂਜੀ। ਸੰਧਿਆ ਸਮੈ ਸੋ ਦੀਪਕ ਮਾਲਾ। ਤੇ ਸੰਧਿਆ ਦੇ ਸਮੇਂ ਫਿਰ ਦੀਪਮਾਲਾ ਕੀਤੀ ਗਈ ਜੀ। ਖਾਸ ਕਰਕੇ ਦੀਪਮਾਲਾ ਕੀਤੀ ਗਈ। ਕਿਉਂ? ਜਦੋਂ ਵਿਆਹ ਹੋਵੇ ਤਾਂ ਆਪਾਂ ਲਾਈਟਾਂ ਲਾਉਂਦੇ ਜੀ ਘਰ 'ਚ ਜੀ। ਹਾਂਜੀ, ਉਦੋਂ ਦੀਪਮਾਲਾ ਹੀ ਕੀਤੀ ਜਾਂਦੀ ਸੀਗੀ ਜੀ। ਹਾਂਜੀ। ਜਹ ਕਹਿ ਕੀਨਸ ਭਇਓ ਉਜਾਲਾ। ਬਹੁਤ ਰੋਸ਼ਨੀ ਕੀਤੀ ਗਈ, ਬੜਾ ਚਾਨਣ ਕੀਤਾ ਗਿਆ। ਦੀਪਮਾਲਾ ਖੁਸ਼ੀ ਦਾ ਹੀ ਪ੍ਰਤੀਕ ਹੈਗੀ ਸੰਗਤ ਜੀ। ਖੁਸ਼ੀ ਮਨਾਈ ਜਾਂਦੀ ਹੈ। ਹਾਂਜੀ। ਸ਼੍ਰੀ ਹਰਿਮੰਦਰ ਕੇ ਚੌਦਿਸ਼ ਮੈਂ। ਗੁਰੂ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਵੀ ਹਰਿਮੰਦਰ ਸਾਹਿਬ ਵੀ ਦੀਪਮਾਲਾ ਕਰਨੀ ਹੈ ਜੀ। ਸੋ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਰੋਵਰ ਦੇ ਬਾਰ-ਬਾਰ ਚਾਰੇ ਪਾਸੇ ਦੀਪਕ ਬਾਰ ਧਰੇ ਕ੍ਰਿਤ ਜਿਸ ਮੈਂ। ਉਹ ਦੀਵੇ ਬਾਲ ਕੇ ਰੱਖੇ ਜਿਨ੍ਹਾਂ ਵਿੱਚ ਦੇਸੀ ਘਿਓ ਪਾਇਆ ਗਿਆ ਸੀਗਾ ਜੀ। ਦੇਸੀ ਘਿਓ ਦੇ ਦੀਵੇ ਬਾਲ ਕੇ ਰੱਖੇ ਗਏ ਹੈ। ਦੀਪਮਾਲਾ ਕੀਤੀ ਗਈ ਹੈ। ਹਾਂਜੀ। ਸ਼੍ਰੀ ਅੰਮ੍ਰਿਤਸਰ ਕੀ ਸੋਪਾਨ। ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਜਿਹੜੀਆਂ ਸੋਪਾਨ ਹਨ, ਸੜਕਾਂ ਹਨ। ਜਹ ਕਹਿ ਕੀਨ ਪ੍ਰਕਾਸ਼ ਮਹਾਨ। ਉਧਰ ਵੀ ਪ੍ਰਕਾਸ਼ ਹੈ ਤੇ ਅੰਮ੍ਰਿਤ ਸਰੋਵਰ ਦੀਆਂ ਪੌੜੀਆਂ ਦੇ ਉੱਤੇ ਵੀ ਦੀਵੇ ਰੱਖੇ ਹੋਏ ਨੇ ਜੀ। ਹਰਿਮੰਦਰ ਸਾਹਿਬ ਦੇ ਅੰਦਰ ਵੀ ਦੇਸੀ ਘਿਓ ਦੇ ਦੀਵੇ ਬਾਲੇ ਗਏ ਆ। ਪੌੜੀਆਂ ਦੇ ਉੱਤੇ ਵੀ ਦੀਵੇ ਬਾਲੇ ਗਏ ਆ ਦਰਬਾਰ ਸਾਹਿਬ ਸਰੋਵਰ ਦੀਆਂ ਜੀ। ਹਾਂਜੀ। ਸੋ ਪਤ ਜਥਾ ਸੁਖ ਰਾਤ ਬਿਤਾਈ। ਸੋ ਇਸ ਤਰੀਕੇ ਦੇ ਨਾਲ ਉਸ ਰਾਤ ਬੜਾ ਹੀ ਚਾਅ ਕੀਤਾ ਗਿਆ। ਸੰਗਤਾਂ ਨੇ ਖੂਬ ਦੀਪਮਾਲਾ ਕੀਤੀ, ਲੰਗਰ ਲਾਏ। ਫਿਰ ਸਾਰਿਆਂ ਨੇ ਭਜਨ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਪਦਿਆਂ ਆਰਾਮ ਕੀਤਾ। ਜਾਮ ਨਿਸਾ ਤੇ ਗੁਰੂ ਨਹਾਈ। ਇੱਕ ਪੈਰ ਰਹਿੰਦਿਆਂ ਸਾਡੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਫਿਰ ਇਸ਼ਨਾਨ ਕਰਦੇ ਹਨ। ਮੇਰੀ ਅਰਦਾਸ ਕਰੋ ਸਾਰੇ। ਹਾਂਜੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਿਆ ਕਰੀਏ ਜੀ। ਅਰਦਾਸ ਕਰਿਆ ਕਰੋ। ਹਾਂਜੀ। ਗਾਏ ਰਬਾਬੀ ਆਸਾਵਾਰ। ਹਜੂਰ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੇ ਮਹਿਲਾਂ ਵਿੱਚ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਰਾਈਟ ਟਾਈਮ ਤੇ ਨਿਯਤ ਸਮੇਂ ਤੇ ਗੁਰਸਿੱਖਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ ਜੀ। ਹਾਂਜੀ। ਸਤ ਨਾਮ ਸਿਮਰਨ ਜੈਕਾਰ। ਪਰਮੇਸ਼ਰ ਦਾ ਸਿਮਰਨ ਹੋਣ ਲੱਗਾ। ਵਾਹਿਗੁਰੂ ਜੀ ਦੀ ਜੈ ਜੈਕਾਰ ਹੋਣ ਲੱਗੀ ਜੀ। ਹਾਂਜੀ।
ਬੈਠੈ ਸਤਿਗੁਰ ਲਾਏ ਦੀਵਾਨ। ਹਜੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਫਿਰ ਹਰਿਮੰਦਰ ਸਾਹਿਬ ਆਏ ਆ, ਦੀਵਾਨ ਲਾਇਆ। ਬਹੁਤ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈਆਂ ਜੀ। ਆਵੈ ਸਿੱਖ ਅਨਿਕ ਲੈ ਗਿਆਨ। ਅਨੇਕਾਂ ਸਿੱਖ ਸਾਧ ਸੰਗਤ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ ਤੇ ਗਿਆਨ ਪ੍ਰਾਪਤ ਕਰਦੇ ਹਨ। ਗੱਜ ਕੇ ਆਖੋ ਕਿੱਥੇ ਪੰਕਤੀ। ਅਨੇਕਾਂ ਸਿੱਖ ਆਉਂਦੇ, ਆਵੈ ਸਿੱਖ ਅਨਿਕ ਲੈ ਗਿਆਨ, ਤੇ ਮਹਾਰਾਜ ਜੀ ਦੇ ਕੋਲੋਂ ਸੁਮਤ ਪ੍ਰਾਪਤ ਕਰਦੇ ਨਾਮ ਜਪਣ ਦੀ। ਫਿਰ ਮਹਾਰਾਜ ਗਰੀਬ ਨਵਾਜ ਨੂੰ ਬੜਾ ਲੰਮਾ ਸਮਾਂ ਹੋ ਗਿਆ ਜੀ ਅੰਮ੍ਰਿਤਸਰ ਰਹਿੰਦੇ ਹਨ ਜੀ। ਹਾਂਜੀ, ਤੇ ਗੁਰੂ ਸਾਹਿਬ ਨੇ ਮਿਹਰ ਕੀਤੀ। ਧੰਨ ਧੰਨ ਮਾਤਾ ਦਮੋਦਰੀ ਜੀ ਦੇ ਗ੍ਰਹਿ ਵਿਖੇ ਇੱਕ ਬੱਚੀ ਦਾ ਜਨਮ ਹੋਇਆ ਜੀ। ਗੱਜ ਕੇ ਆਖੋ ਸ੍ਰੀ। ਬੱਚੀ ਦਾ ਜਨਮ ਹੋਇਆ ਸ੍ਰੀ ਗੰਗਾ। ਸ਼੍ਰੀ ਗੰਗਾ ਨੇ ਤਾਹੇ ਨਿਹਾਰਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਬੱਚੀ ਦਾ ਜਨਮ ਹੋਇਆ ਜੀ। ਧੀ ਵੀ ਚਾਹੀਦੀ ਹੈ ਸੰਗਤ ਜੀ। ਧੀਆਂ ਵਾਲੇ ਘਰਾਂ ਦੀਆਂ ਰੌਣਕਾਂ ਵੱਖਰੀਆਂ ਹੁੰਦੀਆਂ ਨੇ ਜੀ। ਹਾਂਜੀ, ਤੇ ਮਾਤਾ ਜੀ ਨੇ ਜਦੋਂ ਵੇਖਿਆ ਨਾ ਜੀ, ਮਾਤਾ ਗੰਗਾ ਜੀ ਨੇ ਵੀ ਬੱਚੀ ਦਾ ਜਨਮ ਹੋਇਆ ਜੀ, ਤੇ ਫਿਰ ਮਹਾਰਾਜ ਕਹਿੰਦੇ ਮਾਤਾ ਜੀ ਬੱਚੀ ਦਾ ਨਾਮ ਇਸ ਵਾਰੀ ਤੁਹਾਡੇ ਮੁਖ ਤੋਂ ਰਖਾਉਣਾ ਅਸੀਂ। ਫਿਰ ਮਾਤਾ ਜੀ ਨਾਮ ਰੱਖਦੇ ਆ ਜੀ। ਹਾਂਜੀ, ਬੀਰੋ ਨਾਮ ਵਿਚਾਰ ਉਚਾਰਾ। ਆਖੋ ਸ੍ਰੀ ਵਾਹਿਗੁਰੂ। ਤੇ ਬੜਾ ਵਿਚਾਰ ਕੀਤੀ ਫਿਰ ਮਾਤਾ ਗੰਗਾ ਜੀ ਨੇ ਵੀ ਬੱਚੀ ਦਾ ਨਾਮ ਕੀ ਰੱਖਣਾ ਹੈ ਜੀ। ਨਾਮ ਕੀ ਰੱਖਣਾ ਜੀ। ਵਿਚਾਰ ਕੇ ਫਿਰ ਨਾਮ ਦੱਸਿਆ ਤੇ ਨਾਮ ਰੱਖਿਆ ਗਿਆ ਵੀਰੋ। ਤੇ ਸਿੱਖ ਬੜੇ ਹੀ ਸਤਿਕਾਰ ਦੇ ਨਾਲ ਬੀਬੀ ਵੀਰੋ ਜੀ ਕਹਿੰਦੇ ਨੇ ਜੀ। ਸਾਧ ਸੰਗਤ ਜੀ, ਇਹ ਬੀਬੀ ਵੀਰੋ ਜੀ ਵੀ ਆਮ ਨਹੀਂ ਹੋਏ ਜੀ। ਪਹਿਲੀ ਗੱਲ, ਗੁਰੂ ਅਰਜਨ ਸਾਹਿਬ ਜੀ ਦੀ ਪੋਤਰੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਧੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਜੀ ਲੱਗਦੇ ਨੇ ਜੀ ਬੀਬੀ ਵੀਰੋ ਜੀ। ਤੇ ਵੀਰੋ ਨਾਮ ਦਾ ਭਾਵ ਪਤਾ ਕੀ ਹੈ? ਵੀਰਾਂ ਵਾਲੀ ਜੀ, ਭਰਾਵਾਂ ਵਾਲੀ ਜੀ। ਪੁਰਾਣੀਆਂ ਦਾਦੀਆਂ ਪੜਦਾਦੀਆਂ ਜਦੋਂ ਇਸ ਤਰ੍ਹਾਂ ਬੱਚੀਆਂ ਦੇ ਨਾਮ ਰੱਖਦੀਆਂ ਤੇ ਬੜਾ ਵਿੱਚ ਸਮੱਤ ਹੁੰਦੀ ਸੀਗੀ ਜੀ। ਸਮੱਤ ਹੁੰਦੀ ਸੀ। ਮੈਂ ਤੁਹਾਨੂੰ ਇੱਕ ਆਪਣਾ ਤਜਰਬਾ ਦੱਸ ਦਿੰਦਾ। ਜਿਵੇਂ ਨਾਮ ਰੱਖਿਆ ਵੀਰਾਂ ਵਾਲੀ ਜੀ। ਹਾਂਜੀ, ਵੀ ਬੱਚੀ ਹੈ, ਹੁਣ ਵੀਰੋ ਕਹਿਣਗੇ ਸਾਰੇ, ਵੀਰੋ ਵੀਰੋ ਕਹਿਣਗੇ ਵੀਰਾਂ ਵਾਲੀ, ਤੇ ਆਪੇ ਆਉਣ ਵਾਲੇ ਸਮੇਂ 'ਚ ਫਿਰ ਵੀਰ ਹੀ ਹੋਣਗੇ। ਆਖੋ ਵਾਹਿਗੁਰੂ। ਵੀਰ ਹੋਣਗੇ। ਇਹ ਵੀਰਾਂ ਵਾਲੀ ਹੈ ਨਾ, ਫਿਰ ਕਈ ਵੀਰ ਹੋਣਗੇ ਇਹਦੇ ਜੀ। ਸਾਡੇ ਇਲਾਕੇ ਦੇ ਵਿੱਚ ਨਾ ਜੀ, ਸਾਡੇ ਘਰਾਂ ਵੱਲ ਇਹ ਯੂਪੀ ਦਾ ਇੱਕ ਬੰਦਾ ਕੱਪੜੇ ਪ੍ਰੈਸ ਕਰਦਾ ਜੀ। ਉਹਦੇ ਘਰ 'ਚ 4 ਬੱਚੀਆਂ ਦਾ ਜਨਮ ਹੋਇਆ ਜੀ। 4 ਬੱਚੀਆਂ ਦਾ। ਤੇ ਜਦੋਂ ਚੌਥੀ ਬੱਚੀ ਦਾ ਜਨਮ ਹੋਇਆ ਤੇ ਰੌਣਕ ਹੀ ਹੋ ਗਿਆ ਜੀ। ਉਹ ਜੀ ਰੌਣਕਾ ਹੋ ਗਿਆ ਵੀ ਇਹ ਕੀ, ਕਿਉਂ ਲੋਕੀ ਧੀਆਂ ਨੂੰ ਪ੍ਰਵਾਨ ਹੀ ਨਹੀਂ ਕਰਦੇ ਜੀ। ਤੇ ਫਿਰ ਨਾ ਜੀ ਉਹ ਸਾਡੇ ਦਾਦੀ ਜੀ ਕੋ ਆਇਆ ਵੀ ਨਾਮ ਰੱਖਣਾ, ਤੇ ਮੇਰੇ ਦਾਦੀ ਜੀ ਨੇ ਨਾਮ ਰੱਖਿਆ। ਕਹਿੰਦੇ ਇਹਦਾ ਨਾਮ ਰੱਖ ਦਿਓ ਰਜਨੀ। ਰਜਨੀ। ਮੈਂ ਪੁੱਛਿਆ ਵੀ ਰਜਨੀ ਨਾਮ ਕਿਉਂ ਰੱਖਣਾ? ਕਹਿੰਦੇ ਰਜਨੀ ਦਾ ਭਾਵ ਹੈ ਵੀ ਰੱਜ ਗਏ ਆ ਹੁਣ ਧੀਆਂ ਨਾਲ। ਆਖੋ ਵਾਹਿਗੁਰੂ। ਰੱਜ ਗਏ ਰਜਨੀ। ਤੇ ਕਹਿੰਦੇ ਫਿਰ ਵੇਖਿਓ ਰੱਬ ਮਿਹਰ ਕਰੂ। ਉਹ ਇਸੇ ਤਰ੍ਹਾਂ ਹੋਇਆ ਜੀ। ਅਗਲੀ ਵਾਰੀ ਫਿਰ ਉਹਦੇ ਘਰ ਪੁੱਤਰ ਪੈਦਾ ਹੋ ਗਿਆ ਜੀ। ਆਖੋ ਵਾਹਿਗੁਰੂ। ਬੜੀ ਸਮੱਤ ਹੁੰਦੀ ਜੇ। ਹਰ ਗੱਲ ਦਾ ਤਰੀਕਾ ਸਿੱਖਣਾ, ਬਿਨਾਂ ਕਿਸੇ ਗੱਲ ਦਾ ਪਤਾ ਹੁੰਦਾ ਨਹੀਂ ਕਿਸੇ ਗੱਲ ਦਾ ਜੀ। ਐਵੇਂ ਹੀ ਬੰਦਾ ਕਿੰਤੂ ਪਰੰਤੂ ਕਰੀ ਜਾਵੇ, ਉਹ ਵੀ ਚੰਗੀ ਗੱਲ ਨਹੀਂ ਹੈਗੀ ਜੀ। ਹਾਂਜੀ, ਇਹ ਮੇਲ ਨੇ ਜੀ, ਇਹ ਸੰਸਾਰ ਹੈ ਜੀ। ਧੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਜੀ। ਹਾਂਜੀ, ਹੁਣ ਵੇਖੋ ਨਾ ਜੀ, ਕਈ ਧੀਆਂ ਨੂੰ ਪ੍ਰਵਾਨ ਨਹੀਂ ਕਰਦੇ। ਗੁਰੂ ਸਾਹਿਬ ਦੇ ਘਰ 'ਚ ਆ ਕੇ ਅਰਦਾਸਾਂ ਕਰਦੇ ਆ ਵੀ ਪੁੱਤ ਹੋਵੇ। ਇੱਦਾਂ ਹੀ ਹੈ ਨਾ। ਤੇ ਮਹਾਰਾਜ ਦੇ ਘਰ ਤੇ ਧੀ ਹੋਈ ਜੀ। ਫਿਰ ਗੁਰੂ ਸਾਹਿਬ ਦੇ ਘਰ ਤੇ ਧੀ ਹੋਈ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਪੁੱਤਰ ਵੀ ਬਣਾ ਸਕਦੇ ਸੀਗੇ। ਪਰ ਮਹਾਰਾਜ ਨੇ ਪਿਰਤ ਪਾਉਣੀ ਸੀ। ਸਿੱਖੋ, ਧੀਆਂ ਦੀ ਵੀ ਬੜੀ ਲੋੜ ਹੈਗੀ ਆ। ਧੀਆਂ ਤੋਂ ਬਗੈਰ ਬਾਪੂ ਨੂੰ ਪੱਗ ਬੰਨਣ ਦਾ ਸਵਾਦ ਨਹੀਂ ਆਉਂਦਾ ਜੀ। ਹਾਂਜੀ, ਜਿਸ ਬਾਪ ਦੀ ਧੀ ਹੁੰਦੀ ਹੈ ਉਹਨੂੰ ਪੱਗ ਬੰਨਣ ਦਾ ਸਵਾਦ ਆਉਂਦਾ ਜੀ।
ਤੇ ਧੀ ਉਹਦੀ ਜ਼ਿੰਮੇਵਾਰੀ ਆਪਣੀ ਬਾਪ ਦੀ ਪੱਗ ਨੂੰ ਦਾਗ ਨਾ ਲੱਗਣ ਦੇਣਾ ਜੀ। ਸ਼੍ਰੀ ਗੰਗਾ ਨੇ ਤਾਹੇ ਨਿਹਾਰਾ, ਵੀਰੋ ਨਾਮ ਵਿਚਾਰ ਉਚਾਰਾ। ਮਾਤਾ ਗੰਗਾ ਜੀ ਨੇ ਬੜਾ ਵਿਚਾਰ ਕੇ ਨਾਮ ਵੀਰੋ ਰੱਖਿਆ, ਵੀਰਾਂ ਵਾਲੀ। ਮਾਤ ਕਰਤ ਪ੍ਰਤਪਾਲਾ ਕਨੀ। ਮਾਤਾ ਜੀ, ਮਾਤਾ ਦਮੋਦਰੀ ਜੀ ਬੜੀ ਪਿਆਰ ਨਾਲ ਪ੍ਰਤਪਾਲਣਾ ਕਰਦੇ, ਮਾਤਾ ਨਾਨਕੀ ਦੀ ਪ੍ਰਤਪਾਲਣਾ ਕਰਦੇ, ਮਾਤਾ ਮਰਵਾਹੀ ਜੀ ਪ੍ਰਤਪਾਲਣਾ ਕਰਦੇ। ਵੇਖੋ ਬੀਬੀ ਵੀਰੋ ਜੀ ਦੇ ਕਿੰਨੇ ਭਾਗ ਚੰਗੇ, ਉਹਨਾਂ ਨੂੰ 3-3 ਮਾਵਾਂ ਨੇ ਪਿਆਰ ਕੀਤਾ ਜੀ। ਤੇ ਚੌਥੇ ਦਾਦੀ ਜੀ। ਹਾਂਜੀ। ਪਿਆਰੀ ਸੁਤਾ ਪ੍ਰੇਮ ਕੇ ਸਨੀ। ਤੇ ਬਹੁਤ ਪਿਆਰ ਕਰਦੇ ਗੁਰੂ ਸਾਹਿਬ ਜੀ ਦੀ ਧੀ ਨੂੰ। ਹਾਂਜੀ। ਕਬ ਦਾਦੀ ਲੈ ਅੰਕ ਦੁਲਾਰ ਹੈ। ਕਦੀ ਕਦੀ ਤੇ ਫਿਰ ਦਾਦੀ ਜੀ ਵੀ ਲੈ ਕੇ ਗੋਦ ਵਿੱਚ ਤੇ ਪਿਆਰ ਕਰਦੇ ਜੀ। ਹਾਂਜੀ। ਗੁਰ ਘਰ ਜਨਮੀ ਪੁੰਨ ਉਧਾਰੈ। ਤੇ ਮਾਤਾ ਗੰਗਾ ਜੀ ਆਮ ਹੀ ਬਚਨ ਕਰਦੇ, ਭਾਈ ਗੁਰੂ ਘਰ 'ਚ ਦਾ ਜਨਮ ਹੋਇਆ, ਬੜੇ ਪੁੰਨਾਂ ਵਾਲੀ ਹੈ, ਬੜੇ ਭਾਗਾਂ ਵਾਲੀ ਹੈ। ਸੰਗਤ ਜੀ ਮੈਂ ਵੇਖਿਆ 7 ਭਰਾਵਾਂ ਦੀਆਂ ਕੱਲੀਆਂ ਜਿਹੜੀਆਂ ਭੈਣਾਂ ਹੁੰਦੀਆਂ, ਭਰਾ ਬੜੇ ਨਾਜ਼ਾਂ ਨਾਲ ਰੱਖਦੇ ਜੀ। ਹਾਂਜੀ। ਪੁੰਨਾਂ ਵਾਲੀ ਹੈ। ਹਾਂਜੀ। ਸੰਗਤ ਦੀਪ ਮਾਲ ਕੋ ਆਵੇ। ਤੋ ਇਸ ਤਰ੍ਹਾਂ ਵਧੀ ਵੇਲ ਬਹੁ ਪੀੜ੍ਹੀ ਚਾਲੀ। ਤੇ ਸਾਧ ਸੰਗਤ ਦੀ ਸੰਗਤ ਫਿਰ ਦੀਵਾਲੀ ਵਾਲੇ ਦਿਨ ਆਉਂਦੀ ਹੈ ਗੁਰੂ ਘਰ 'ਚ। ਹਾਂਜੀ। ਸ਼੍ਰੀ ਅੰਮ੍ਰਿਤਸਰ ਵਿਖੇ ਨਹਾਵੇ। ਤੇ ਅੰਮ੍ਰਿਤ ਸਰੋਵਰ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਨੇ ਜੀ। ਬਹੁਤ ਖੁਸ਼ੀ ਮਨਾਉਂਦੇ ਆ ਸਾਰੇ। ਹਾਂਜੀ। ਸ਼੍ਰੀ ਹਰ ਮੰਦਰ ਦਰਸ਼ਨ ਕਰੈ। ਸ਼੍ਰੀ ਹਰਿਮੰਦਰ ਸਾਹਿਬ ਦੇ ਫਿਰ ਸੰਗਤਾਂ ਦੀਵਾਲੀ ਵਾਲੇ ਦਿਨ ਦਰਸ਼ਨ ਕਰਦੇ ਹਨ। ਸੁਣੈ ਸ਼ਬਦ ਔਰ ਆਨੰਦ ਧਰੈ। ਸ਼ਬਦ ਸੁਣਦੇ ਆ, ਬਾਣੀ ਸੁਣਦੇ ਆ, ਅੰਦਰ ਆਨੰਦ ਬਣਦਾ ਹੈ, ਖੁਸ਼ੀ ਬਣਦੀ ਹੈ। ਹਾਂਜੀ। ਸ਼੍ਰੀ ਹਰਗੋਬਿੰਦ ਤਖਤ ਅਕਾਲ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਬੈਠ ਕੇ ਦੀਵਾਨ ਲਾਉਂਦੇ ਆ ਜੀ। ਹਾਂਜੀ। ਬੈਠੇ ਸਭਾ ਲਗਾਏ ਵਿਸਾਲ। ਵੱਡਾ ਦੀਵਾਨ ਲਾਉਂਦੇ ਆ। ਸਵੇਰੇ ਸ਼ਾਮ ਸੰਗਤਾਂ ਆਉਂਦੀਆਂ, ਸੂਰਮੇ ਆਉਂਦੇ, ਮਸੰਦ ਆਉਂਦੇ, ਯੋਧੇ ਆਉਂਦੇ ਆ, ਭੱਟ ਸਾਹਿਬਾਨ ਆਉਂਦੇ ਆ, ਬੜਾ ਆਨੰਦ ਬਣਦਾ ਜੀ। ਹਾਂਜੀ। ਆਨ ਅਕੋਰਨ ਕੋ ਅਰਪੰਤੇ। ਗੁਰੂ ਸਾਹਿਬ ਅੱਗੇ ਰੋਜ਼ ਹੀ ਪਿਟਾਵਾਂ ਦੇ ਢੇਰ ਲੱਗ ਜਾਂਦੇ ਜੀ। ਕਦੀ ਕੋਈ ਕੁਝ ਲੈ ਆਉਂਦਾ, ਕਦੀ ਕੋਈ ਕੁਝ ਲੈ ਆਉਂਦਾ ਜੀ। ਹਾਂਜੀ। ਆਪਨ ਮਨੋਰਥ ਕੋ ਉਚਰੰਤੇ। ਤੇ ਆਪਣਾ ਮਨੋਰਥ ਵੀ ਦੱਸਦੇ ਆ, ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਿਓ, ਕਿਰਪਾ ਕਰਿਓ। ਕਰਹਿ ਕਾਮਨਾ ਸਭ ਕੀ ਪੂਰਨ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਫਿਰ ਸਾਰਿਆਂ ਦੀ ਕਾਮਨਾ ਵੀ ਪੂਰੀ ਕਰਦੇ ਹਨ। ਗੱਜ ਕੇ ਆਖੋ। ਹਾਂਜੀ। ਬਖਸ਼ੈ ਸਿੱਖਨ ਕੋ ਗੁਣ ਰੂਰਨ। ਆਪਣੇ ਸਿੱਖਾਂ ਨੂੰ ਗੁਣ ਬਖਸ਼ਿਸ਼ ਕਰਦੇ ਹਨ ਮਹਾਰਾਜ। ਭਾਵ ਗੁਰਸਿੱਖਾਂ ਉੱਤੇ ਮਿਹਰਾਂ ਕਰਦੇ ਹਨ ਮਹਾਰਾਜ। ਹਾਂਜੀ। ਕੇਤਿਕ ਭਗਤ ਵਿਖੇ ਮਨ ਲਾਵੇ। ਕਈ ਫਿਰ ਮਹਾਰਾਜ ਕੋ ਆਉਂਦੇ ਭਗਤੀ ਦੀ ਦਾਤ ਲੈਣ ਵਾਸਤੇ ਜੀ। ਵੇਖ ਲਓ, ਸਾਰੇ ਭਗਤੀ ਦੀ ਦਾਤ ਲੈਣ ਨਹੀਂ ਆਉਂਦੇ ਜੀ। ਭਗਤੀ ਦੀ ਦਾਤ ਵਿਰਲੇ ਲੈਣ ਆਉਂਦੇ ਨੇ ਜੀ। ਉਹ ਫਿਰ ਭਗਤੀ ਮੰਗਦੇ ਆ ਗੁਰੂ ਸਾਹਿਬ ਕੋਲੋਂ ਜੀ। ਹਾਂਜੀ। ਸਤ ਨਾਮ ਸਿਮਰਤ ਗਤ ਪਾਵੇ। ਗੁਰੂ ਸਾਹਿਬ ਉਹਨਾਂ ਨੂੰ ਭਗਤੀ ਦੀ ਦਾਤ ਹੀ ਦਿੰਦੇ ਆ ਜੀ। ਸਤਨਾਮ ਸ੍ਰੀ ਵਾਹਿਗੁਰੂ। ਸਿਮਰਨ ਕਰਦੇ ਆ, ਮੁਕਤ ਹੁੰਦੇ ਜੀ ਇਹੋ ਜਿਹੇ ਲੋਕ। ਹਾਂਜੀ। ਕਿਸ ਕੋ ਦੇ ਨਿਸ਼ਚੈ ਉਰ ਗਿਆਨ। ਕਈਆਂ ਦੇ ਹਿਰਦੇ 'ਚ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਮਹਾਰਾਜ। ਹਾਂਜੀ। ਜਾਣੈ ਆਪਣੋ ਰੂਪ ਮਹਾਨ। ਉਹ ਫਿਰ ਆਪਣਾ ਰੂਪ ਜਾਣ ਲੈਂਦੇ ਨੇ। ਹਾਂਜੀ। ਤਨ ਹੰਤਾ ਤੇ ਹੋਏ ਨਿਰਾਲੇ। ਤੇ ਸਰੀਰ ਦੀ ਹਉਮੈ ਤੋਂ ਟੁੱਟ ਜਾਂਦੇ, ਭਾਵ ਅਵਸਥਾ ਬਣਦੀ ਜੀ। ਅਵਸਥਾ ਬਣਦੀ, ਲੱਗੇ ਰਹਿਣ ਵਾਲਿਆਂ ਦੀ ਅਵਸਥਾ ਬਣਦੀ ਹੈ ਸੰਗਤ ਦੀ। ਹਾਂਜੀ। ਲਿਪੈ ਨਾ ਫਲ ਜੇ ਕਰਮਨ ਜਾਲੇ। ਉਹ ਫਿਰ ਕਰਮਾਂ ਦੇ ਫਲ ਵਿੱਚ ਲਿਪਾਏ ਮਾਨ ਨਹੀਂ ਹੁੰਦੇ ਜੀ। ਹਾਂਜੀ। ਆਏ ਅਨੇਕ ਸੇਵਾ ਕਹੋ ਲਾਗੇ। ਸਤਿਗੁਰੂ ਜੀ ਦੇ ਹਜੂਰ ਬੜੇ ਹੀ ਸਿੱਖ ਆ ਕੇ, ਬਹੁਤ ਸਿੱਖ ਆ ਕੇ ਸੇਵਾ ਵਿੱਚ ਲੱਗੇ ਰਹਿੰਦੇ ਨੇ ਜੀ। ਹਾਂਜੀ।
ਜਗ ਬੰਧਨ ਤਿਆਗਹਿ ਵੱਡ ਭਾਗੇ। ਤੇ ਜਗਤ ਦੇ ਬੰਧਨ ਉਹਨਾਂ ਦੇ ਛੁੱਟ ਜਾਂਦੇ ਨੇ ਜੀ। ਗੱਜ ਕੇ ਆਖੋ ਇਹੋ ਜਿਹੇ ਵੀ ਸਿੱਖ ਹੁੰਦੇ। ਇੱਕ ਸਿੱਖ ਆਏ ਭਾਈ ਚੂੜ ਜੀ, ਗੁਰੂ ਹਰਗੋਬਿੰਦ ਸਾਹਿਬ ਕੋਲ ਜੀ, ਸੇਵਾ ਕਰਦੇ ਹੁੰਦੇ ਸੀਗੇ, ਘਰ ਪਰਿਵਾਰ ਛੱਡ ਕੇ ਆਏ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਹਰ ਆਏ ਤੇ ਭਾਈ ਚੂੜ ਨੂੰ ਕਹਿੰਦੇ ਵੀ ਇੱਥੇ ਹੀ ਖਲੋ ਜਾ। ਭਾਈ ਚੂੜ ਜੀ ਉੱਥੇ ਹੀ ਖਲੋ ਗਏ ਜੀ। ਮਹਾਰਾਜ ਕਹਿੰਦੇ ਅਸੀਂ ਆਉਂਦੇ ਹਾਂ। ਤੇ ਭਾਈ ਚੂੜ ਜੀ ਖਲੋ ਗਏ ਜੀ। ਤੇ ਸੱਚੇ ਪਾਤਸ਼ਾਹ ਮਹਾਰਾਜ ਨਾ ਜੀ ਦੁਪਹਿਰ ਨੂੰ ਗੁਰੂ ਕੇ ਮਹਿਲ ਗਏ, ਆਰਾਮ ਕੀਤਾ, ਸ਼ਿਕਾਰ ਤੇ ਗਏ। ਸ਼ਾਮਾਂ ਨੂੰ ਦੂਜੇ ਰਸਤੇ ਤੋਂ ਮਹਾਰਾਜ ਦੀਵਾਨ ਦੇ ਵਿੱਚ ਪਹੁੰਚ ਗਏ ਜੀ। ਭਾਈ ਚੂੜ ਜੀ ਉੱਥੇ ਹੀ ਖਲੋਤੇ ਜੀ। ਹਾਂਜੀ। ਤੇ ਮਹਾਰਾਜ ਫਿਰ ਰਾਤ ਨੂੰ ਦੂਜੇ ਰਸਤੇ ਰਾਹੀਂ ਫਿਰ ਦੀਵਾਨ ਚੋਂ ਗੁਰੂ ਕੇ ਮਹਿਲਾਂ ਨੂੰ ਚਲੇ ਗਏ। ਭਾਈ ਚੂੜ ਜੀ ਫਿਰ ਉੱਥੇ ਹੀ ਖਲੋਤੇ ਜੀ। ਸਵੇਰ ਦੇ ਖਲੋਤੇ ਸਿੱਖ ਕਹਿੰਦੇ ਭਾਈ ਚੂੜ ਤੂੰ ਇੱਥੇ ਖਲੋਤਾ। ਭਾਈ ਚੂੜ ਜੀ ਕਹਿੰਦੇ ਮੈਨੂੰ ਮਹਾਰਾਜ ਦਾ ਹੁਕਮ ਹੈ ਤੇ ਮੈਂ ਇੱਥੋਂ ਹਿੱਲ ਨਹੀਂ ਸਕਦਾ। ਕਹਿੰਦੇ ਕੀ ਹੁਕਮ ਹੈ? ਭਾਈ ਚੂੜ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇੱਥੇ ਹੀ ਖਲੋ ਜਾ। ਤੇ ਹੁਣ ਮੈਂ ਇੱਥੇ ਹੀ ਖਲੋਵਾਂਗਾ। ਕਹਿੰਦੇ ਫਿਰ ਪ੍ਰਸ਼ਾਦਾ ਛਕ ਲੈ। ਕਹਿੰਦੇ ਵੀ ਪ੍ਰਸ਼ਾਦਾ ਛਕਣ ਦਾ ਹੁਕਮ ਨਹੀਂ ਹੈਗਾ, ਖਲੋਣ ਦਾ ਹੁਕਮ ਹੈਗਾ। ਚਲੋ ਸਾਧ ਸੰਗਤ ਜੀ ਅਗਲੇ ਦਿਨ ਫੇਰ ਮਹਾਰਾਜ ਦੂਜੇ ਰਸਤੇ ਰਾਹੀਂ ਦੀਵਾਨ 'ਚ ਭਾਈ ਚੂੜ ਜੀ ਉੱਥੇ ਹੀ ਬਾਹਰ ਖਲੋਤੇ ਆ। ਤੇ ਕਰਦਿਆਂ ਨਾ ਜੀ 2 ਦਿਨ ਹੋ ਗਏ ਜੀ, 2 ਦਿਨ ਜੀ। ਹਾਂਜੀ। ਤੇ ਭਾਈ ਚੂੜ ਜੀ ਉੱਥੇ ਹੀ ਖਲੋਤੇ ਰਹੇ ਜੀ। ਗੁਰਸਿੱਖਾਂ ਦੀ ਕਮਾਈ ਵੇਖ ਲਓ। ਇੱਥੇ 1 ਘੰਟਾ ਕਿਸੇ ਨੂੰ ਖਿਲਾਰ ਕੇ ਵੇਖਿਓ, ਲਾਲਾ ਹੋ ਜਾਏਗੀ ਤੇ ਫਿਰ ਵੇਖ ਲਿਓ। ਆਖੋ ਵਾਹਿਗੁਰੂ। ਲਾਲਾ ਹੋ ਜਾਣੀ ਜੇ ਤੁਸੀਂ ਖਿਲਾਰ ਕੇ ਵੇਖ ਲਓ ਕਿਸੇ ਨੂੰ। ਹੈਂ। ਭਾਈ ਚੂੜ ਜੀ 2 ਦਿਨ ਖਲੋਤੇ ਹੀ ਰਹੇ ਜੀ। ਰਾਤ ਸੁੱਤੇ ਨਹੀਂ, ਲੰਮੇ ਨਹੀਂ ਪਏ ਵੀ ਖਲੋ। ਮਹਾਰਾਜ ਨੇ ਕਿਹਾ ਇੱਥੇ ਹੀ ਖਲੋ ਜਾ। ਤੇ ਲਓ ਜੀ ਫਿਰ 2 ਦਿਨਾਂ ਬਾਅਦ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉੱਧਰੋਂ ਲੰਘੇ ਤੇ ਭਾਈ ਚੂੜ ਜੀ ਖਲੋਤੇ ਤੇ ਹੱਥ ਜੋੜ ਕੇ ਅੱਗੇ ਹੋਏ। ਏਦਾਂ ਉਹ ਖੜੇ ਹੋ ਗਏ ਜੀ। ਖੜੇ ਤਾਂ ਪਹਿਲਾਂ ਹੀ ਸਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਚੂੜ 2 ਦਿਨ ਹੋ ਗਏ ਤੈਨੂੰ ਖਲੋਤੇ ਨੂੰ। ਪਤਾ ਤਾਂ ਹੈਗਾ ਹੀ ਮਹਾਰਾਜ ਨੂੰ। ਮਹਾਰਾਜ ਕਹਿੰਦੇ ਪ੍ਰਸ਼ਾਦਾ ਛਕਿਆ? ਤੇ ਭਾਈ ਚੂੜ ਜੀ ਪਿਆਰ ਵਿੱਚ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਤੁਹਾਂ ਛਕਿਆ 2 ਦਿਨ ਦਾ? ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਨਹੀਂ ਅਸੀਂ ਵੀ ਨਹੀਂ ਛਕਿਆ। ਕਹਿੰਦੇ ਕਿਉਂ? ਜਦੋਂ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਪ੍ਰਸ਼ਾਦੇ ਦਾ ਥਾਲਾ ਲੈ ਕੇ ਹੁਣ ਮਹਾਰਾਜ ਟਾਲ ਦਿਆ ਕਰੋ ਸਿੱਖ ਨੂੰ। ਕੋਈ ਨਹੀਂ ਠਹਿਰ ਕੇ ਛਕਦੇ ਆ, ਜਲ ਪਾਣੀ ਛਕ ਲੈਣਾ, ਪ੍ਰਸ਼ਾਦਾ ਨਾ ਛਕਣਾ ਜੀ। ਭਾਈ ਚੂੜ ਜੀ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਨੇ ਛਕਿਆ? ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਚੂੜ ਜੀ ਅਸੀਂ ਨਹੀਂ ਛਕਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਚੂੜ ਜੀ ਕਹਿੰਦੇ ਮਹਾਰਾਜ ਜਦੋਂ ਮੇਰੇ ਸਤਿਗੁਰੂ ਜੀ ਨੇ ਨਹੀਂ ਛਕਿਆ ਤੇ ਮੈਂ ਕਿਵੇਂ ਛਕਦਾ? ਤੇ ਮਹਾਰਾਜ ਕਹਿਣ ਲੱਗੇ ਜਦੋਂ ਸਾਡੇ ਸਿੱਖ ਨੇ ਨਹੀਂ ਛਕਿਆ ਤੇ ਅਸੀਂ ਕਿਵੇਂ ਛਕ ਸਕਦੇ ਸਾਂ? ਪਿਆਰ। ਅਸੀਂ ਕਿਵੇਂ ਪ੍ਰਸ਼ਾਦਾ ਛਕ ਸਕਦੇ ਹਾਂ? ਮਹਾਰਾਜ ਨੇ ਫਿਰ ਗੁਰਸਿੱਖਾਂ ਨੂੰ ਕਿਹਾ ਵੀ 2 ਥਾਲੇ ਸਜਾਓ। ਕਹਿਣ ਲੱਗੇ 2 ਥਾਲੇ ਸਜਾਏ ਤੇ ਭਾਈ ਚੂੜ ਜੀ ਨੂੰ ਲਾਗੇ ਬਿਠਾ ਕੇ ਮਹਾਰਾਜ ਨੇ ਪ੍ਰਸ਼ਾਦਾ ਛਕਾਇਆ ਜੀ। ਲਾਗੇ ਬਿਠਾ ਕੇ। ਇਸ ਕਰਕੇ ਇਹੋ ਜਿਹੇ ਬੜੇ ਗੁਰਸਿੱਖ ਨੇ। ਕਈਆਂ ਦੀਆਂ ਸਾਖੀਆਂ ਪਤਾ ਲੱਗ ਜਾਂਦੀਆਂ ਤੇ ਕਈਆਂ ਦੀਆਂ ਨਹੀਂ ਲੱਗਦੀਆਂ ਜੀ। ਹਾਂਜੀ। ਭਾਈ ਕੰਠਾ ਜੀ ਹੋਏ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਜੀ। ਨੇਤਰਾਂ ਤੋਂ ਦਿਸਦਾ ਨਹੀਂ ਸੀਗਾ ਸਾਧ ਸੰਗਤ ਜੀ। ਇੱਕ ਸਿੱਖ ਦੀ ਰੋਜ਼ ਡਿਊਟੀ ਲਾਈ ਸੀਗੀ ਵੀ ਤੂੰ ਇਹਨੂੰ ਲੈ ਕੇ ਆਉਣਾ। ਤੇ ਜਿਵੇਂ ਹੁਣੇ ਮੀਂਹ ਪਏ ਰਹੇ ਥੋੜ੍ਹੇ ਦਿਨ, ਚਿੱਕੜ ਵੀ ਹੋਇਆ ਜੀ। ਚਿੱਕੜ ਸੀਗਾ, ਮੀਂਹ ਪਿਆ ਸੀ ਤੇ ਭਾਈ ਕੰਠਾ ਥੋੜ੍ਹਾ ਭਾਰਾ ਸੀਗਾ ਜੀ ਸਰੀਰ ਕਰਕੇ। ਤੇ ਜਿਹੜੀ ਡਿਊਟੀ ਸੀ ਨਾ ਜੀ ਲੈ ਕੇ ਆਉਣ ਦੀ, ਉਹਨੇ ਸੋਚਿਆ ਵੀ ਜੇ ਭਾਈ ਕੰਠਾ ਜੀ ਤਿਲਕ ਗਏ, ਡਿੱਗ ਗਏ, ਚੁੱਕਾਂਗਾ ਕਿਵੇਂ? ਸੱਟ ਪਿੱਟ ਲੱਗ ਜਾਏਗੀ, ਦਿਸਦਾ ਹੈ ਨਹੀਂ। ਭਾਈ ਕੰਠੇ ਨੂੰ ਉਹਨੇ ਘਰ ਹੀ ਰਹਿਣ ਦਿੱਤਾ। ਤੇ ਭਾਈ ਕੰਠੇ ਨੂੰ ਦਿਸਦਾ ਨਹੀਂ ਅੱਖਾਂ ਤੋਂ, ਫਿਰ ਵੀ ਆਪਣੀ ਘਰ ਵਾਲੀ ਨੂੰ ਕਹੇ ਵੀ ਅੱਜ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ।
ਮੈਂ ਸੰਗਤ 'ਚ ਨਹੀਂ ਗਿਆ। ਤੇ ਸਾਧ ਸੰਗਤ ਜੀ, ਉਧਰ ਮਹਾਰਾਜ ਬੈਠੇ ਅਕਾਲ ਤਖਤ ਸਾਹਿਬ, ਸਿੱਖਾਂ ਨੂੰ ਕਹਿੰਦੇ, ਸਿੱਖੋ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੋਵੇ ਤੇ ਮਿਲ ਨਾ ਸਕੇ, ਕੀ ਕਰਨਾ ਚਾਹੀਦਾ? ਸਿੱਖ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਦੇ ਕੋਲ ਆਪ ਜਾਣਾ ਚਾਹੀਦਾ। ਮਹਾਰਾਜ ਕਹਿੰਦੇ, ਫਿਰ ਚੱਲੋ ਚੱਲੀਏ। ਉਹਦੇ ਘਰ ਗਏ, ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੋਲ੍ਹਿਆ। ਘਰ ਵਾਲੀ ਵੇਖ ਕੇ ਹੀ ਹੈਰਾਨ ਹੋ ਗਈ। 7.5 ਫੁੱਟ ਉੱਚਾ ਕੱਦ ਗੁਰੂ ਹਰਗੋਬਿੰਦ ਸਾਹਿਬ ਬੂਹੇ 'ਚ ਖਲੋਤੇ ਆ, ਦਰਵਾਜ਼ੇ 'ਚ। ਭਾਈ ਕੰਠੇ ਨੂੰ ਦੱਸਿਆ ਤਾਂ ਉਹਨੂੰ ਭਰੋਸਾ ਨਾ ਹੋਵੇ, ਸਾਡੇ ਗਰੀਬਾਂ ਦੇ ਘਰ ਸਤਿਗੁਰੂ ਕਿਵੇਂ ਆਉਣਗੇ? ਪਿਆਰ ਵਾਲੇ ਫਿਰ ਦਾ ਵੀ ਲਾ ਜਾਂਦੇ। ਉਹ ਕਹਿਣ ਲੱਗਾ ਵੀ ਮੈਂ ਜ਼ਿੰਦਗੀ 'ਚ ਇੱਕ ਵਾਰੀ ਮੈਨੂੰ ਚਰਨਾਂ 'ਤੇ ਹੱਥ ਲਾਉਣ ਦਾ ਮੌਕਾ ਮਿਲਿਆ ਸੀ, ਮੈਂ ਮਹਾਰਾਜ ਦੇ ਚਰਨਾਂ 'ਤੇ ਹੱਥ ਲਾਵਾਂਗਾ। ਜੇ ਉਹ ਚਰਨ ਹੋਏ ਤਾਂ ਮੈਂ ਸਮਝ ਲਾਂਗਾ ਮਹਾਰਾਜ ਜੀ ਨੇ ਚਰਨਾਂ 'ਤੇ ਹੱਥ ਲਾਇਆ। ਕਹਿੰਦਾ ਮਹਾਰਾਜ ਜੀ ਨੇ। ਜਿਨ੍ਹਾਂ ਨੂੰ ਦਿਸਦਾ ਨਹੀਂ ਨਾ ਜੀ, ਉਹ ਜਿਹੜੀ ਚੀਜ਼ ਛੂਹ ਲੈਣ ਨਾ ਜੀ, ਉਹਨਾਂ ਨੂੰ ਚੇਤਾ ਰਹਿ ਜਾਂਦੀ ਜੀ। ਮਹਾਰਾਜ ਕਹਿੰਦੇ, ਭਾਈ ਅਸੀਂ ਤੇਰੇ 'ਤੇ ਬੜੇ ਖੁਸ਼ ਹਾਂ, ਮੰਗ। ਮਹਾਰਾਜ ਜਿਹਦੇ ਘਰ ਤੁਸੀਂ ਆ ਗਏ, ਉਹਨੂੰ ਮੰਗਣ ਦੀ ਕੀ ਲੋੜ? ਮਹਾਰਾਜ ਕਹਿੰਦੇ, ਭਾਈ ਕੰਠੇ ਤੂੰ ਅੱਜ ਤੱਕ ਮਨ ਦੀਆਂ ਅੱਖਾਂ ਨਾਲ ਹੀ ਸਾਡੇ ਦਰਸ਼ਨ ਕੀਤੇ ਆ, ਸਰੀਰ ਦੀਆਂ ਅੱਖਾਂ ਨਾਲ ਨਹੀਂ ਕੀਤੇ। ਦਰਸ਼ਨ ਕਰਨੇ ਚਾਹੁੰਦਾ? ਕਹਿੰਦਾ ਮਹਾਰਾਜ ਹਾਂ। ਮਹਾਰਾਜ ਕਹਿੰਦੇ, ਅੱਖਾਂ ਬੰਦ ਕਰਕੇ ਵਾਹਿਗੁਰੂ ਕਹਿ ਕੇ ਖੋਲ੍ਹ ਦੇ। ਫਿਰ ਅੱਖਾਂ ਬੰਦ ਕੀਤੀਆਂ, ਵਾਹਿਗੁਰੂ ਕਹਿ ਕੇ ਜਦੋਂ ਖੋਲ੍ਹੀਆਂ ਤੇ ਮਹਾਰਾਜ ਦੇ ਦਰਸ਼ਨ ਹੋ ਗਏ ਜੀ। ਅੱਖਾਂ ਵਾਪਸ ਆਈਆਂ। ਹੁਣ ਮਹਾਰਾਜ ਉਹਦੇ ਘਰੋਂ ਤੁਰਨ ਲੱਗੇ ਤੇ ਭਾਈ ਜੀ ਕਹਿੰਦੇ ਵੀ ਮਹਾਰਾਜ ਰੁਕ ਜਾਓ, ਗੱਲ ਸੁਣ ਕੇ ਜਾਓ। ਮਹਾਰਾਜ ਕਹਿੰਦੇ, ਦੱਸ। ਮਹਾਰਾਜ ਹੁਣ ਮੁੜ ਅੰਨਾ ਹੀ ਕਰ ਦਿਓ। ਮਹਾਰਾਜ ਕਹਿੰਦੇ, ਇਹ ਤਾਂ ਕਿਸੇ ਨੇ ਕਿਹਾ ਹੀ ਨਹੀਂ ਵੀ ਮੁੜ ਅੰਨਾ ਕਰ ਦਿਓ। ਮਹਾਰਾਜ ਮੁੜ ਅੰਨਾ ਕਰ ਦਿਓ ਕਿਉਂ? ਸੱਚੇ ਪਾਤਸ਼ਾਹ ਹੁਣ ਤੁਹਾਡੇ ਦਰਸ਼ਨ ਕਰ ਲਏ, ਤੁਹਾਡੇ ਦਰਸ਼ਨ ਮੇਰੇ ਹਿਰਦੇ 'ਚ ਵਸ ਗਏ, ਮੈਂ ਦੁਨੀਆ ਨਹੀਂ ਵੇਖਣੀ ਚਾਹੁੰਦਾ। ਕਹਿੰਦਾ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਬੜੇ ਅਰਥ ਨੇ ਜੀ ਇਹਨਾਂ ਪੰਕਤੀਆਂ ਦੇ। ਮਹਾਰਾਜ ਕਹਿੰਦੇ, ਭਾਈ ਤੇਰੀ ਥੋੜ੍ਹੇ ਦਿਨ ਉਮਰ ਹੈ, ਪਰਮੇਸ਼ਰ ਦੀ ਬਣਾਏ ਸੰਸਾਰ ਨੂੰ ਵੇਖ ਤੇ ਫਿਰ ਤੂੰ ਸਰੀਰ ਛੱਡ ਦੇਣਾ ਜੀ। ਇਸ ਤਰੀਕੇ ਨਾਲ ਸੰਗਤ ਜੀ ਬਹੁਤ ਕੁਝ ਹੁੰਦਾ ਰਿਹਾ ਜੀ, ਬਹੁਤ ਕੁਝ ਹੁੰਦਾ ਰਿਹਾ ਜੀ। ਹਾਂਜੀ। ਲੱਗਿਓ ਸਦਾ ਬ੍ਰਤ ਮੁਕਤੀ ਕੇਰਾ। ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਸਦਾ ਵਰਤ ਕਹਿੰਦੇ ਲੰਗਰ ਨੂੰ ਜੀ, ਜਿਹੜਾ ਸਦਾ ਹੀ ਵਰਤਦਾ ਰਹਿੰਦਾ ਜੀ। ਅਤੁੱਟ ਲੰਗਰ ਜਿਹਨੂੰ ਅਸੀਂ ਕਹਿੰਦੇ ਮੁਕਤੀ ਦਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਅਤੁੱਟ ਲੰਗਰ ਲਾਇਆ ਹੋਇਆ ਹੈਗਾ ਜੀ, ਅਤੁੱਟ ਲੰਗਰ ਜੀ। ਹਾਂਜੀ। ਆਸ ਧਰੈ ਲੈ ਆਨੰਦ ਕਨੇਰਾ। ਜਿਹੜੇ ਆਸ ਲੈ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਆਉਂਦੇ ਹਨ, ਬਹੁਤ ਆਨੰਦ ਲੈ ਕੇ ਜਾਂਦੇ ਹਨ। ਹਾਂਜੀ। ਵਹਿਰ ਅਖੀਰ ਬ੍ਰਿਤ ਕੋ ਜਾਤੇ। ਮਹਾਰਾਜ ਫਿਰ ਜੰਗਲ 'ਚ ਸ਼ਿਕਾਰ ਖੇਡਣ ਵੀ ਜਾਂਦੇ ਆ ਜੀ। ਹਾਂਜੀ। ਆਯੁਧ ਵਿਦਿਆ ਮੈਂ ਉਮਹਾਤੇ। ਕਹਿੰਦੇ ਸ਼ਸਤਰ ਵਿਦਿਆ 'ਚ ਮਹਾਰਾਜ ਬੜਾ ਉਤਸ਼ਾਹ ਰੱਖਦੇ ਆ ਜੀ, ਬਹੁਤ ਉਤਸ਼ਾਹ ਰੱਖਦੇ ਆ। ਬੜਾ ਸ਼ੌਂਕ ਹੈ ਮਹਾਰਾਜ ਨੂੰ ਸ਼ਸਤਰ ਚਲਾਉਣ ਦਾ ਜੀ। ਉਹ ਤੁਸੀਂ ਕਥਾ ਤੇ ਸੁਣੀ ਸੀ, ਗੁਰੂ ਅਰਜਨ ਸਾਹਿਬ ਦੇ ਵੇਲੇ ਵੀ ਮਹਾਰਾਜ ਚੋਰੀ ਚੋਰੀ ਸ਼ਸਤਰ ਵਿਦਿਆ ਕਰ ਹੀ ਹੁੰਦੇ ਸੀਗੇ ਜੀ। ਹਾਂਜੀ, ਚੋਜ ਕਰਦੇ ਸੀਗੇ ਮਹਾਰਾਜ। ਹਾਂਜੀ। ਪੈਂਦੇ ਖਾਨ ਅਧਿਕ ਬਲਵਾਨਾ। ਹੁਣ ਮਹਾਰਾਜ ਦੇ ਸੂਰਮਿਆਂ ਵਿੱਚੋਂ ਸਭ ਤੋਂ ਬਲਵਾਨ ਪੈਂਦੇ ਖਾਂ ਹੈ ਜੀ। ਉਹਦਾ ਨਾ ਸਰੀਰ ਬੜਾ ਖੁੱਲਾ ਡੁੱਲਾ ਸੀ, ਛੇਤੀ ਵੱਡਾ ਹੋ ਗਿਆ ਸੀਗਾ ਜੀ। ਹਾਂਜੀ। ਤੇ ਸੋ ਪਰਚਤ ਰਹੇ ਮਹਾਨਾ। ਕਿੱਥੇ ਪਾਠ? ਤੇ ਸੋ ਪਰਚਤ ਰਹੇ ਮਹਾਨਾ। ਮਹਾਰਾਜ ਉਹਦੇ ਨਾਲ ਪਰਚੇ ਰਹਿੰਦੇ ਸੀ, ਉਹਦੇ ਨਾਲ ਦਾ ਪੇਚ ਜੰਗ ਯੁੱਧ ਦੀਆਂ ਗੱਲਾਂ ਕਰਦੇ ਰਹਿੰਦੇ ਹੁੰਦੇ ਸੀਗੇ ਜੀ। ਹਾਂਜੀ। ਵੱਡੇ ਬਲੀ ਕੋ ਮਹਿਕ ਮੰਗਾਵੇ। ਉਹ ਕਹਿੰਦਾ ਹੁੰਦਾ ਸੀ, ਸੱਚੇ ਪਾਤਸ਼ਾਹ ਕੋਈ ਘੋਲ ਘਾਲ ਹੀ ਕਰਾਇਆ ਕਰੋ। ਆਖੋ ਵਾਹਿਗੁਰੂ। ਮਹਾਰਾਜ ਫਿਰ ਘੋਲ ਕਰਾਉਂਦੇ ਹੁੰਦੇ ਸੀਗੇ ਜੀ। ਪੈਂਦੇ ਖਾਂ ਬੰਦਿਆਂ ਨਾਲ ਘੋਲ ਨਹੀਂ ਕਰਦਾ ਹੁੰਦਾ ਜੀ। ਹਾਂਜੀ। ਪੈਂਦੇ ਖਾਂ ਨੇ ਸਾਧ ਸੰਗਤ ਜੀ ਵੱਡੇ ਵੱਡੇ ਪੈਂਸਿਆਂ ਦੇ ਨਾਲ ਘੋਲ ਕਰਨਾ ਜੀ। ਫਿਰ ਕਰਤੱਵ ਵਿਖਾਉਣੇ ਜੀ। 2 ਬੜੇ ਬੜੇ ਵੱਡੇ ਬਲ ਵਾਲੇ ਪੈਂਸੇ ਮੰਗਵਾਉਣੇ ਜੀ। ਹਾਂਜੀ। ਤਿੰਨ ਕਹੋ ਸਨਮੁਖ ਸੀਸ ਪਿਰਾਵੇ। ਫਿਰ ਉਹਨਾਂ ਨੂੰ ਲੜਾਉਣਾ ਜੀ ਆਪਸ ਵਿੱਚ ਜੀ, ਝੋਟੇ। ਹਾਂਜੀ।
ਟੱਕਰ ਇੱਕ ਜਬ ਕਰਹਿ ਪਿਰਾਵੈਨ। ਤੇ ਉਹ ਫਿਰ ਇੱਕ ਦੂਜੇ ਨੂੰ ਟੱਕਰਾਂ ਮਾਰਦੇ ਸੀ, ਭਿੜਦੇ ਸੀਗੇ ਝੋਟੇ ਦੀ। ਝੋਟਿਆਂ ਦੀ ਲੜਾਈ ਵੇਖਣ ਵਾਲੀ ਹੁੰਦੀ ਹੈ ਜੀ, ਬੜਾ ਲੜਦੇ ਆ, ਛੇਤੀ ਹਾਰ ਨਹੀਂ ਮੰਨਦੇ ਜੀ ਝੋਟੇ ਜੀ। ਹਾਂਜੀ, ਜਬ ਦੂਜੀ ਕੋ ਲਾਗੈ ਲਾਵਨ। ਉਹ ਇੱਕ ਦੂਜੇ ਨੂੰ ਫਿਰ ਟੱਕਰਾਂ ਮਾਰਦੇ ਆ ਜੀ। ਹਾਂਜੀ, ਦੋਨੋਂ ਮੈਖਨ ਕੇਰ ਬਿਖਾਨ। ਮਹਾਰਾਜ ਕਹਿੰਦੇ ਫਿਰ ਪੈਂਦੇ ਖਾਂ, ਇਧਰੋਂ ਝੋਟੇ ਨੇ ਆਉਣਾ ਤੇ ਇਧਰੋਂ ਵੀ ਆਉਣਾ, ਤੂੰ ਵਿੱਚ ਘਰ ਖਲੋ ਕਹਿਣ ਲੱਗੇ। ਉਹ ਤਾਂ ਨਹੀਂ ਕਿਸੇ ਦਾ ਲਿਹਾਜ਼ ਕਰਦੇ ਜੀ। ਹਾਂਜੀ, ਉਹ ਤਾਂ ਸਿਰ ਮਾਰ ਮਾਰ ਕੰਧਾਂ ਵੀ ਢਾਹ ਦਿੰਦੇ ਨੇ ਜੀ। ਤੇ ਪੈਂਦੇ ਖਾਂ ਨੂੰ ਮਹਾਰਾਜ ਨੇ ਵਿੱਚ ਖਿਲਾਰਿਆ ਜੀ। ਹਾਂਜੀ, ਗਹਿ ਪਾਨ ਮਹਿ ਪੈਂਦੇ ਖਾਨ। ਮਹਾਰਾਜ ਕਿਹਾ ਵੀ ਫਿਰ ਤੂੰ ਦੋਵਾਂ ਨੂੰ ਰੋਕਣਾ ਹੀ। ਬਲ ਤਾਂ ਮਹਾਰਾਜ ਹੀ ਦਿੰਦੇ ਸੀ, ਆਖੋ ਵਾਹਿਗੁਰੂ। ਉਹ ਇਸੇ ਤਰ੍ਹਾਂ ਹੋਣਾ ਫਿਰ, ਜਦੋਂ ਉਧਰੋਂ ਝੋਟੇ ਨੇ ਆਉਣਾ, ਇੱਧਰੋਂ ਵੀ ਆਉਣਾ, ਪੈਂਦੇ ਖਾਂ ਨੇ ਇੰਝ ਫੜ ਲੈਣਾ ਤੇ ਰੋਕ ਲੈਣਾ ਜੀ। ਉਹਨਾਂ ਸਿਰ ਮਾਰਨ ਦੀ ਕੋਸ਼ਿਸ਼ ਕਰਨੀ, ਪੈਂਦੇ ਖਾਂ ਨੇ ਬਾਹਾਂ ਦਾ ਬਲ ਲਾ ਕੇ ਦੋਵਾਂ ਨੂੰ ਰੋਕੀ ਰੱਖਣਾ ਜੀ। ਹਾਂਜੀ, ਪੇਰਨ ਨਾ ਦੇਤ ਟਿਕਾਵਹਿ ਦੋਨ। ਦੋਵਾਂ ਨੂੰ ਭਿੜਨ ਨਹੀਂ ਸੀ ਦਿੰਦਾ ਜੀ, ਉਹ ਭਿੜਨ ਨਹੀਂ ਸੀ ਦਿੰਦਾ। ਬਾਹਾਂ 'ਚ ਬਲ ਸੀ, ਪਰ ਇਹ ਬਲ ਗੁਰੂ ਹਰਗੋਬਿੰਦ ਸਾਹਿਬ ਦਾ ਦਿੱਤਾ ਹੋਇਆ ਬਲ ਹੈ, ਪੈਂਦੇ ਖਾਂ ਦਾ ਆਪਣਾ ਨਹੀਂ ਹੈ। ਠੀਕ ਹੈ, ਚਲੋ ਵਰਜਿਸ਼ ਕਰਦਾ ਬੰਦੇ ਦੇ ਸਰੀਰ 'ਚ ਬਲ ਆਉਂਦਾ, ਪਰ ਗੁਰੂ ਸਾਹਿਬ ਜਦੋਂ ਇਹੋ ਜਿਹੇ ਕੌਤਕ ਕਰਾਉਂਦੇ ਤੇ ਗੁਰੂ ਸਾਹਿਬ ਆਪ ਬਲ ਦਿੰਦੇ ਹੈ। ਹਾਂਜੀ, ਨਹਿ ਕਰ ਸਕੈ ਓਜ ਤਬ ਕੌਣ। ਕਹਿਣ ਲੱਗੇ ਫਿਰ ਜਦੋਂ ਪੈਂਦੇ ਖਾਂ ਬਾਹਾਂ ਦਾ ਬਲ ਲਾਉਂਦਾ ਸੀ ਨਾ, ਇੰਨਾ ਜ਼ਿਆਦਾ ਬਲ ਸੀ ਉਹਨਾਂ ਦੀਆਂ ਬਾਹਾਂ ਵਿੱਚ, ਵਿਚਾਰੇ ਝੋਟੇ ਵੀ ਕੁਝ ਨਹੀਂ ਸੀ ਕਰ ਸਕਦੇ ਜੀ। ਝੋਟੇ ਵੀ ਕੁਝ ਨਹੀਂ ਕਰ ਸਕਦੇ, ਆਮ ਬੰਦੇ ਨੂੰ ਤਾਂ ਭੁਆ ਮਾਰਦੇ ਸੀ ਉਹ ਜੀ। ਹਾਂਜੀ, ਬਲ ਤੇ ਝਟਕੈ ਕਰੈ ਪਿਸ਼ਾਰੀ। ਫਿਰ ਹੋਰ ਬਲ ਚਾਹੀਦਾ ਜੀ। ਪੈਂਦੇ ਖਾਂ ਨੇ ਦੋਵਾਂ ਨੂੰ ਰੋਕ ਕੇ ਨਾ ਪੂਰਾ ਜ਼ੋਰ ਲਾ ਕੇ ਤੇ ਦੋਵਾਂ ਨੂੰ ਪਛਾਣ ਸੁੱਟ ਦੇਣਾ ਜੀ। ਹਾਂਜੀ, ਦੋਨੋਂ ਥਿਰੈ ਸਕਲ ਬਲ ਹਾਰੀ। ਕਹਿਣ ਲੱਗੇ ਫਿਰ ਦੋਵੇਂ ਸ਼ਕਤੀ ਹਾਰ ਕੇ ਤੇ ਝੋਟੇ ਪਰਾਂ ਖਲੋ ਜਾਂਦੇ ਸੀਗੇ। ਪੈਂਦੇ ਖਾਂ ਵਿੱਚ ਏਡਾ ਬਲ ਸੀ, ਅੰਦਾਜ਼ਾ ਲਾਓ ਵੀ ਸਰੀਰ ਕਿੰਨਾ ਤਗੜਾ ਹੋਏਗਾ ਜੀ। ਹਾਂਜੀ, ਆ ਨਿਆਣੇ ਫਿਲਮਾਂ ਵੇਖਦੇ ਆ ਤੇ ਉਹਨਾਂ ਨੂੰ ਆਈਡੀਅਲ ਮੰਨ ਲੈਂਦੇ ਜੀ ਆਪਣਾ ਜੀ। ਹਾਂਜੀ, ਉਹ ਤਾਂ ਸਭ ਨਕਲੀ ਹੁੰਦਾ ਜੀ, ਨਕਲੀ ਹੁੰਦਾ। ਮੈਂ ਵੇਖ ਰਿਹਾ ਹਾਂ, ਮੈਨੂੰ ਸਿੰਘ ਨੇ ਵਿਖਾਇਆ, ਕਹਿੰਦੇ ਜੀ ਆਹ ਵੇਖੋ ਬਾਹੂਬਲੀ, ਆ ਜਿਹੜਾ ਹਾਥੀ ਤੇ ਚੜਿਆ ਨਾ, ਐਵੇਂ ਨਹੀਂ ਚੜਿਆ, ਆਹ ਸਟੰਟ ਸੀ, ਇਹਨੂੰ ਆਹ ਬਣਾਇਆ ਕਹਿੰਦੇ। ਹਾਂਜੀ, ਪਰ ਆਹ ਤਾਂ ਅਸਲੀ ਬਾਹੂਬਲ ਹੈ ਨਾ ਜੀ, ਬਾਹਾਂ ਦਾ ਬਲ ਹੈ ਨਾ, ਤਾਕਤ ਹੈ। ਹਾਂਜੀ, ਖਰੇ ਹਜ਼ਾਰ ਹੋ ਪਿਖੈ ਤਮਾਸ਼ਾ। ਹਜ਼ਾਰਾਂ ਲੋਕ ਇਹ ਤਮਾਸ਼ਾ ਵੇਖਣ ਵਾਸਤੇ ਆਉਂਦੇ ਹੁੰਦੇ ਸੀ ਪੈਂਦੇ ਖਾਂ ਦਾ ਜੀ। ਹਾਂਜੀ, ਬਿਸਮੈ ਰਿਦੇ ਲਖੈ ਬਲ ਰਾਸਾ। ਬੜੇ ਹੈਰਾਨ ਹੋਣਾ ਵੀ ਇੰਨਾ ਬਲ, ਇੰਨੀ ਤਾਕਤ ਵੀ ਝੋਟਿਆਂ ਨੂੰ ਲਾਗੇ ਹੀ ਨਾ ਲੱਗਣ ਦੇਣਾ ਜੀ। ਹਾਂਜੀ, ਇਸ ਕੇ ਸਮ ਮਹਿ ਮੰਡਲ ਮਾਹੀ। ਤੇ ਫਿਰ ਕਈ ਥੋੜਾ ਜਿਹਾ ਆਪੋ ਆਪਣੀਆਂ ਗੱਲਾਂ ਹੁੰਦੀਆਂ ਨੇ, ਕਈ ਫਿਰ ਥੋੜਾ ਕੱਚੀ ਗੱਲ ਵੀ ਕਰ ਜਾਂਦੇ ਸੀ ਵੀ ਇਹਦੇ ਬਰਾਬਰ ਤਾਂ ਪੂਰੀ ਧਰਤੀ ਦੇ ਵਿੱਚ ਕਿਸੇ ਹੋਰ ਵਿੱਚ ਬਲ ਨਹੀਂ ਹੈਗਾ। ਇਹ ਨਹੀਂ ਪਤਾ ਵੀ ਬਲ ਦੇਣ ਵਾਲੇ ਕੌਣ ਨੇ, ਸਤਿਗੁਰੂ ਜੀ ਹਨ। ਹਾਂਜੀ, ਦੂਸਰ ਕਿਸ ਥਲ ਸੁਨਿਤ ਨਾਹੀ। ਵੀ ਭਾਈ ਹੋਰ ਤਾਂ ਕਿਸੇ 'ਚ ਇੰਨਾ ਬਲ ਸੁਣਿਆ ਹੀ ਨਹੀਂ ਵੀ ਕਿਸੇ ਵਿੱਚ ਇੰਨੀ ਤਾਕਤ ਹੋਏਗੀ ਵੀ ਝੋਟਿਆਂ ਨੂੰ ਹੀ ਨਾ ਲਾਗੇ ਲੱਗਣ ਦਵੇ ਜੀ। ਹਾਂਜੀ, ਦੇਸ਼ ਵਿਦੇਸ਼ਨ ਮੈਂ ਤਿਸ ਬਾਤ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੈਂਦੇ ਖਾਂ ਪ੍ਰਸਿੱਧ ਹੋ ਗਿਆ ਜੀ ਵੀ ਪੈਂਦੇ ਖਾਂ 'ਚ ਬੜਾ ਬਲ ਹੈ, ਬੜੀ ਤਾਕਤ ਹੈ। ਹਾਂਜੀ, ਕਰਹਿ ਲੋਕ ਸੁਨ ਸੁਨ ਬਿਸਮਾਤ। ਵੇਖੋ ਅੱਜ ਤੱਕ ਪੈਂਦੇ ਖਾਂ ਦੀ ਬਲ ਦੀ ਤਾਰੀਫ ਹੁੰਦੀ ਹੈ ਜੀ। ਲੋਕ ਬੜੇ ਖੁਸ਼ ਵੀ ਪੈਂਦੇ ਖਾਂ ਤਾਂ ਝੋਟਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਹਾਂਜੀ, ਕੇਤਿਕ ਦੇਖਣ ਕੇ ਹਿਤ ਆਵੈ। ਫਿਰ ਮਹਾਰਾਜ ਇਹ ਅਖਾੜਾ ਲਵਾਉਂਦੇ ਹੀ ਰਹਿੰਦੇ ਹੁੰਦੇ ਸੀਗੇ ਜੀ। ਤੇ ਜਦੋਂ ਲਵਾਉਣਾ ਤੇ ਬੜੀ ਬੜੀ ਦੂਰੋਂ ਲੋਕਾਂ ਨੇ ਵੇਖਣ ਆਉਣਾ। ਗੁਰੂ ਹਰਗੋਬਿੰਦ ਸਾਹਿਬ ਆਸਣ ਤੇ ਸਾਹਮਣੇ ਬਹਿ ਜਾਣਾ ਤੇ ਸਾਹਮਣੇ ਇਹ ਪ੍ਰਦਰਸ਼ਨ ਕਰਵਾਉਣਾ ਜੀ। ਹਾਂਜੀ, ਡੀਲ ਵਿਸਾਲ ਬਲੀ ਪਿਖ ਜਾਵੈ। ਪੈਂਦੇ ਖਾਂ ਦਾ ਸਰੀਰ ਗੁਰੂ ਹਰਗੋਬਿੰਦ ਸਾਹਿਬ ਵਰਗਾ ਲੰਮਾ ਹੋ ਗਿਆ ਜੀ, ਸਰੀਰ ਥੋੜਾ ਚੌੜਾ ਵੀ ਹੋ ਗਿਆ ਜੀ। ਹਾਂਜੀ,
ਨੌ ਨੌ ਮਨ ਕੀ ਮੁਦਗਰ ਫੇਰੈ ਹੈ। 9 ਮਣ ਦੀਆਂ ਮੁਦਗਰਾਂ ਫੇਰਦਾ ਹੁੰਦਾ ਸੀਗਾ ਜੀ ਪੈਂਦੇ ਖਾਂ ਜੀ। ਬਾਹਾਂ 'ਚ ਤਾਕਤ ਚਾਹੀਦੀ ਹੈ ਜੀ। ਹਾਂਜੀ। ਅਵਨੀ ਮੈਂ ਉਠਾਏ ਕਰ ਗੇਰ ਹੈ। ਤੇ ਧਰਤੀ ਤੇ ਚੁੱਕ ਚੁੱਕ ਕੇ ਬੜਾ ਬੜਾ ਵੱਡਾ ਭਾਰ ਧਰਤੀ ਤੋਂ ਚੁੱਕ ਕੇ ਫਿਰ ਥੱਲੇ ਸੁੱਟਦਾ ਹੁੰਦਾ ਸੀਗਾ ਜੀ। ਬਾਲੇ ਕੱਢਦਾ ਸੀ ਚੀਜ਼ਾਂ ਦੇ ਜੀ। ਵੈਸੇ ਨਿਆਣਿਆਂ ਨੂੰ ਇਹ ਕਥਾ ਸੁਣਾਉਣੀ ਚਾਹੀਦੀ ਹੈ ਜੀ। ਜਿਹੜਾ ਮਨ 'ਚ ਸੋਚੇਗਾ ਮੈਂ ਪਹਿਲਵਾਨ ਬਣਨਾ, ਉਹ ਵਿਕਾਰਾਂ ਤੋਂ ਵੀ ਬਚੇਗਾ, ਉਹ ਨਸ਼ੇ ਤੋਂ ਵੀ ਬਚੇਗਾ। ਹਾਂਜੀ। ਕਿੱਡਾ ਮਹਾਰਾਜ ਕੌਤਕ ਕਰਾਉਂਦੇ ਹੁੰਦੇ ਸੀਗੇ ਜੀ। ਹਾਂਜੀ। ਸਤਿਗੁਰ ਦਿਨ ਪ੍ਰਤ ਰੁਖ ਬਹੁ ਕਰੈ। ਮਹਾਰਾਜ ਫਿਰ ਹਰ ਰੋਜ਼ ਪੈਂਦੇ ਖਾਂ ਦਾ ਧਿਆਨ ਬੜਾ ਰੱਖਦੇ ਹੁੰਦੇ ਸੀਗੇ। ਹਾਂਜੀ। ਕਿਰਪਾ ਦ੍ਰਿਸ਼ਟ ਬਲ ਪਰਖਤ ਧਰੈ। ਕਿਰਪਾ ਦ੍ਰਿਸ਼ਟੀ ਕਰਦੇ ਹੀ ਰਹਿੰਦੇ ਸਨ। ਪੈਂਦੇ ਖਾਂ ਦਾ ਬਲ ਵੇਖਦੇ ਹੀ ਰਹਿੰਦੇ ਹੁੰਦੇ ਸੀ ਸੱਚੇ ਪਾਤਸ਼ਾਹ। ਕਦੀ ਕੁਝ ਕਦੀ ਕੁੱਟ, ਝੋਟਿਆਂ ਨੂੰ ਲੜਦਿਆਂ ਹੋਇਆਂ ਨੂੰ ਵੀ ਪਰਾਂ ਕਰ ਦਿੰਦਾ ਸੀ। ਸਿੱਕਾ ਫੜਦਾ ਸੀ, ਅੱਖਰ ਮਿਟਾ ਦਿੰਦਾ ਸੀਗਾ। ਇੱਥੋਂ ਤੱਕ ਪੈਂਦੇ ਖਾਂ ਕਰਨ ਲੱਗ ਪਿਆ ਸੀ। ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਬੈਠੇ ਹੁੰਦੇ ਸੀ ਨਾ ਜੀ, ਘੋੜੇ ਸਮੇਤ ਸਤਿਗੁਰਾਂ ਨੂੰ ਚੁੱਕ ਲੈਂਦਾ ਹੁੰਦਾ ਸੀਗਾ ਜੀ। ਇੰਨਾ ਬਲ ਹੋ ਗਿਆ ਸੀਗਾ। ਮਹਾਰਾਜ ਘੋੜੇ ਤੇ ਬੈਠੇ ਪੈਂਦੇ ਖਾਂ ਚੁੱਕਦੇ ਘੋੜੇ ਸਮੇਤ। ਪੈਂਦੇ ਖਾਂ ਨੇ ਘੋੜੇ ਨੂੰ ਜੱਫਾ ਪਾ ਕੇ ਚੁੱਕ ਦੇਣਾ ਤਾਂ ਜੀ ਮਹਾਰਾਜ ਨੇ ਇਨਾਮ ਦੇਣਾ ਜੀ। ਹਾਂਜੀ। ਵਸਤ ਅਜਾਇਬ ਸੰਗਤ ਲਿਆਵੈ ਹੈ। ਹਾਂਜੀ। ਨਿਜ ਕਲਿਆਣ ਹੇਤ ਅਰਪਾਵੈ। ਬੜੀਆਂ ਬੜੀਆਂ ਵਸਤੂਆਂ ਸੰਗਤਾਂ ਗੁਰੂ ਸਾਹਿਬ ਵਾਸਤੇ ਲੈ ਕੇ ਆਉਂਦੀਆਂ ਸਨ ਜੀ। ਹਾਂਜੀ। ਸੋ ਪੈਂਦੇ ਖਾਂ ਕੋ ਗੁਰ ਹੇਤ। ਪਰ ਮਹਾਰਾਜ ਸੋ ਪੈਂਦੇ ਖਾਂ ਕੋ ਗੁਰ ਦੇਤ। ਮਹਾਰਾਜ ਉਹ ਪੈਂਦੇ ਖਾਂ ਨੂੰ ਦੇ ਦਿੰਦੇ ਹੁੰਦੇ ਸੀਗੇ ਜੀ ਵੀ ਤੂੰ ਰੱਖ ਲਾ। ਜਿਹੜੀ ਵਸਤੂ ਮਹਾਰਾਜ ਲਈ ਆਉਣੀ, ਮਹਾਰਾਜ ਨੇ ਕਹਿਣਾ ਪੈਂਦੇ ਖਾਂ ਤੂੰ ਰੱਖ ਲੈ। ਕਿਉਂ? ਮਹਾਰਾਜ ਦਾ ਤਾਂ ਮੋਹ ਨਹੀਂ ਹੈਗਾ, ਪਰ ਬੰਦੇ ਦੀ ਅੱਖ ਹੋ ਜਾਂਦੀ ਹੈ ਜੀ। ਅੱਖ ਵਾਹਿਗੁਰੂ। ਐਵੇਂ ਨਹੀਂ ਸੀ ਮਹਾਰਾਜ ਦਿੰਦੇ। ਮਹਾਰਾਜ ਨੂੰ ਪਤਾ ਸੀ ਵੀ ਜਦੋਂ ਕੋਈ ਵਸਤੂ ਆਉਣੀ ਪੈਂਦੇ ਖਾਂ ਦਾ ਧਿਆਨ ਹੋ ਜਾਣਾ ਵੀ ਮੇਰੇ ਕੋ ਵੀ ਇਹੋ ਜਿਹੀ ਹੋਵੇ। ਮਹਾਰਾਜ ਨੇ ਉਸੇ ਵੇਲੇ ਪੈਂਦੇ ਖਾਂ ਨੂੰ ਦੇ ਦੇਣੀ ਜੀ। ਹਾਂਜੀ। ਬਲ ਦਿਖ ਰਾਏ ਰਿਜਾਏ ਸੋ ਲੇਤ। ਕਿਉਂ? ਉਹ ਬਲ ਵਿਖਾ ਕੇ ਮਹਾਰਾਜ ਨੂੰ ਖੁਸ਼ ਕਰ ਲੈਂਦਾ ਸੀ। ਬਲ ਵੀ ਤੇ ਗੁਰੂ ਸਾਹਿਬ ਦਾ ਹੀ ਦਿੱਤਾ ਨਾ ਜੀ, ਪਰ ਉਹ ਬਲ ਵਿਖਾ ਕੇ ਮਹਾਰਾਜ ਨੂੰ ਖੁਸ਼ ਕਰ ਲੈਂਦਾ ਸੀਗਾ ਜੀ। ਹਾਂਜੀ। ਧਨ ਗਨ ਬਸਤਰ ਸ਼ਸਤਰ ਬਖਸ਼ੰਤੇ। ਮਾਇਆ ਖੁੱਲੀ ਦੇਣੀ ਮਹਾਰਾਜ ਨੇ ਪੈਂਦੇ ਖਾਂ ਨੂੰ। ਕੱਪੜੇ ਦੇਣੇ, ਬੜੇ ਬੜੇ ਕੀਮਤੀ ਸ਼ਸਤਰ ਸਤਿਗੁਰੂ ਜੀ ਨੇ ਪੈਂਦੇ ਖਾਂ ਨੂੰ ਦੇ ਦੇਣੇ ਜੀ। ਹਾਂਜੀ। ਬਲ ਵਰਧਕ ਭੋਜਨ ਅਚਵੰਤੇ। ਬਲ ਵਰਧਕ, ਜਿਹਦੇ ਨਾਲ ਬਲ ਵਧੇ, ਉਹ ਪ੍ਰਸ਼ਾਦਾ ਮਹਾਰਾਜ ਉਹਨੂੰ ਛਕਾਉਂਦੇ ਹੁੰਦੇ ਸੀ ਜੀ। ਹਾਂਜੀ। ਆਪਣੇ ਨਿਕਟ ਬਿਠਾਏ ਖੁਲਾਵੇ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਿੱਡਾ ਪਿਆਰ ਪੈਂਦੇ ਖਾਂ ਨਾਲ ਜੀ। ਆਪਣੇ ਕੋਲ ਬਿਠਾ ਕੇ ਖਵਾਉਣਾ ਮਹਾਰਾਜ ਨੇ ਜੀ, ਛਕਾਉਣਾ ਜੀ। ਪਤਾ ਵੀ ਇਹਨੇ ਵੀ ਸਾਡੇ ਨਾਲ ਜੰਗ ਕਰਨੀ ਹੈ, ਪਰ ਫਿਰ ਵੀ ਪਿਆਰ ਕਰਦੇ ਜੀ। ਹਾਂਜੀ। ਖੋਵਾ ਪੈ ਤਪਤਾਏ ਬਣਾਵੇ। ਲਓ ਜੀ, ਖੋਆ ਗਰਮ ਕਰ ਕਰਕੇ ਉਹਦੇ ਕਈ ਤਰ੍ਹਾਂ ਦੇ ਪਦਾਰਥ ਬਣਾ ਬਣਾ ਕੇ ਤੇ ਫਿਰ ਪੈਂਦੇ ਖਾਂ ਨੂੰ ਛਕਾਉਣੇ ਜੀ। ਅਸਲ 'ਚ ਜਿਹਨੇ ਭਲਵਾਨੀ ਕਰਨੀ, ਖੁਰਾਕ ਦੀ ਉਹਨੂੰ ਲੋੜ ਹੈ। ਮੇਰੇ ਵਰਗਾ ਖਾਵੇ ਕਿਲੋ ਘਿਓ ਤੇ ਲੱਖ ਸੌਂ ਜੇ ਤੇ ਫਿਰ ਉਹ ਵੇਖੋ ਡਾਕਟਰ ਜੀ ਬੈਠੇ ਜੀ। ਇਹ ਫਿਰ ਮੇਰੀ ਨੇਰੀ ਲਿਆ ਦਿੰਦੇ ਜੀ। ਹੱਕ ਵਾਹਿਗੁਰੂ। ਖੁਸ਼ਕ ਪ੍ਰਸ਼ਾਦਾ ਕਹਿੰਦੇ ਛਕਣਾ ਜੀ। ਹਾਂਜੀ। ਤੇ ਕਿਉਂ? ਜਿਹਨੇ ਬਲ ਕਰਨਾ ਜੀ, ਫਿਰ ਤਾਕਤ ਦੀ ਉਹਨੂੰ ਲੋੜ ਹੈ ਜੀ। ਜਿਹਨੇ ਖੂਬ ਐਕਸਰਸਾਈਜ਼ ਕਰਨੀ ਹੈ, ਉਹਦੇ ਲਈ ਖੁਰਾਕ ਵੀ ਫਿਰ ਖੁੱਲੀ ਚਾਹੀਦੀ ਹੈ ਜੀ। ਹਾਂਜੀ। ਆਦ ਬਦਾਮ ਪਾਏ ਬਹੁ ਮੇਵਾ। ਮਹਾਰਾਜ ਨੇ ਖੋਇਆਂ ਦੇ ਵਿੱਚ ਬਦਾਮ ਪਾਉਣੇ, ਮੇਵੇ ਪਵਾਉਣੇ ਸੱਚੇ ਪਾਤਸ਼ਾਹ ਨੇ। ਹਾਂਜੀ। ਤੋਲ ਅਧਿਕ ਦਿਨ ਪ੍ਰਤ ਗੁਰ ਦੇਵਾ। ਤੇ ਹਰ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਨੇ ਛਕਾਉਣਾ ਤੇ ਪੈਂਦੇ ਖਾਂ ਦਾ ਭਾਰ ਵੀ ਤੋਲਦੇ ਰਹਿਣਾ ਜੀ। ਵੀ ਵੇਖੋ ਹਾਂ ਭਲਾ ਪੈਂਦੇ ਖਾਂ ਦਾ ਕਿੰਨਾ ਕੁ ਭਾਰ ਹੋ ਗਿਆ। ਤੇ ਫਿਰ ਪੈਂਦੇ ਖਾਂ ਦਾ ਭਾਰ ਵੱਧਦਾ ਸੀਗਾ, ਕੱਦ ਵੀ ਵੱਧਦਾ, ਭਾਰ ਵੀ ਵੱਧਦਾ। ਫਿਰ ਮਹਾਰਾਜ ਖੁਸ਼ ਹੁੰਦੇ ਸੱਚੇ ਪਾਤਸ਼ਾਹ ਜੀ। ਹਾਂਜੀ। ਖਾਏ ਬਹੁਤ ਪੁਨ ਵਰਜਿਸ਼ ਕਰੈ। ਛਕਦਾ ਵੀ ਖੁੱਲਾ ਸੀ ਤੇ ਵਰਜਿਸ਼ ਵੀ ਬੜੀ ਕਰਦਾ ਸੀਗਾ ਪੈਂਦੇ ਖਾਂ ਦੀ।
ਦੋਵੇਂ ਕੰਮ ਹੀ ਚਾਹੀਦੇ ਆ ਨਾ ਜੀ। ਹਾਂਜੀ ਦੰਡ ਪੇਲਬੋ ਮੁੰਗਰੀ ਧਰੈ। ਹਾਂ, ਡੰਡ ਬੈਠਕਾਂ ਮਾਰਨਾ ਤੇ ਮੁੰਗਲੀ ਫੇਰਨੀ ਜੀ। ਡੰਡ ਬੈਠਕਾਂ, ਮੁੰਗਲੀ ਫੇਰਨੀ, ਇਹ ਸਾਰਾ ਕੁਝ ਕਰਨਾ ਜੀ। ਹਾਂਜੀ ਜਿਸ ਥਲ ਬਾਰ ਬਾਰ ਫਿਰ ਕਰਤ। ਵਾਹ ਜੀ ਵਾਹ। ਜਿਸ ਥਾਂ ਤੇ ਪੈਂਦੇ ਖਾਂ ਐਕਸਰਸਾਈਜ਼ ਕਰਦਾ ਹੁੰਦਾ ਸੀ ਨਾ ਜੀ, ਬਾਰ ਬਾਰ ਉਹਨੇ ਤੁਰਨਾ ਫਿਰਨਾ, ਐਕਸਰਸਾਈਜ਼ ਕਰਨੀ। ਹਾਂਜੀ ਅਵਨੀ ਵਿਖੇ ਪਰੈ ਤਹਿ ਗਰਤ। ਕਹਿੰਦੇ ਉੱਥੇ ਧਰਤੀ 'ਚ ਟੋਏ ਪੈ ਜਾਂਦੇ ਹੁੰਦੇ ਸੀਗੇ ਜੀ। ਇੰਨਾ ਵੇਖੋ ਪੈਂਦੇ ਖਾਂ ਦਾ ਸਰੀਰ ਵੱਡਾ, ਐਡਾ ਬਲ ਸੀਗਾ ਜੀ ਉਹਦੇ ਵਿੱਚ। ਤੇ ਇਹੋ ਜਿਹੇ ਦੇ ਨਾਲ ਹੁਣ ਕਿਹੜਾ ਲੜੇਗਾ ਜੀ। ਹਾਂਜੀ ਬਲ ਜੁਤ ਦੇਹ ਹੋਤ ਨਿਤ ਗਾਡੀ। ਬਲ ਸਹਿਤ ਸਰੀਰ ਹੋਰ ਵੱਡਾ ਹੋਈ ਜਾਂਦਾ, ਸਖਤ ਹੋਈ ਜਾਂਦਾ ਸਰੀਰ, ਮਿਹਨਤ ਵਾਲਾ ਸਰੀਰ ਹੋਈ ਜਾਂਦਾ ਜੀ। ਹਾਂਜੀ ਸਰੀ ਸਾਰ ਕੀ ਜਨ ਏ ਬਾਡੀ। ਕਹਿੰਦੇ ਫਿਰ ਤੇ ਸਮਝੋ ਵੀ ਸਰੀਰ ਲੋਹੇ ਦਾ ਹੀ ਕਰ ਦਿੱਤਾ ਮਹਾਰਾਜ ਨੇ ਜੀ। ਪੈਂਦੇ ਖਾਨ ਦਾ ਸਰੀਰ ਲੋਹੇ ਦਾ ਹੀ ਕਰ ਦਿੱਤਾ। ਇਹ ਸਾਰਾ ਕੁਝ ਸਤਿਗੁਰੂ ਆਪ ਵੀ ਕਰ ਸਕਦੇ ਆ, ਪਰ ਮਹਾਰਾਜ ਤਾਂ ਹੋਰ ਖੇਡ ਹੈ ਨਾ, ਹੋਰ ਖੇਡ ਨੇ। ਹਾਂਜੀ ਕੈਸੋ ਹੋਏ ਤੁਰੰਗ ਬਲ ਭਾਰੀ। ਘੋੜਾ ਭਾਵੇਂ ਕਿੰਨਾ ਵੀ ਬਲਵਾਨ ਹੋਵੇ ਜੀ, ਕਿੰਨਾ ਵੀ ਬਲਵਾਨ, ਘੋੜੇ ਵੀ ਬੜੀਆਂ ਬੜੀਆਂ ਤਾਕਤਾਂ ਵਾਲੇ ਜੇ। ਹਾਂਜੀ ਗਾਹੈ ਨਾ ਚਲਵੇ ਦੇਤ ਅਗਾਰੀ। ਤੇ ਘੋੜੇ ਦੀ ਲੱਤ ਫੜ ਲੈਣੀ ਪੈਂਦੇ ਖਾਂ ਨੇ, ਤੇ ਘੋੜੇ ਨੇ ਖੂਬ ਤੇਜ਼ ਦੌੜਨ ਦੀ ਕੋਸ਼ਿਸ਼ ਕਰਨੀ, ਪਰ ਘੋੜਾ ਦੌੜ ਨਹੀਂ ਸੀ ਸਕਦਾ ਜੀ। ਤੇ ਜੇ ਘੋੜਾ ਆਪਣੀ ਆਈ ਤੇ ਆਵੇ ਤੇ ਬੰਦੇ ਨੂੰ ਚੁੱਕੀ ਫਿਰਦਾ ਜੀ ਨਾਲ ਨਾਲ ਜੀ, ਪਰ ਪੈਂਦੇ ਖਾਂ ਘੋੜੇ ਨੂੰ ਭੱਜਣ ਨਹੀਂ ਦਿੰਦਾ ਜੀ। ਹਾਂਜੀ ਧਰੈ ਰਜਪਣ ਧਰੈ ਰਜਤਪਣ ਸਭਾ ਮਝਾਰ। ਚਾਂਦੀ ਦਾ ਸਿੱਕਾ ਮਹਾਰਾਜ ਨੇ ਸਿੱਖਾਂ ਦੇ ਵਿੱਚ ਰੱਖਣਾ, ਸੂਰਮੇ ਸੱਦ ਲੈਣੇ, ਸਿਪਾਹੀ ਸੱਦ ਲੈਣੇ। ਹਾਂਜੀ ਮੇਟੈ ਹਰਫ ਮਸਲ ਬਲ ਧਾਰ। ਮਹਾਰਾਜ ਨੇ ਕਹਿਣਾ ਪੈਂਦੇ ਖਾਂ ਆ ਜੋ ਲਿਖਿਆ ਮਿਟਾ ਦੇ, ਬਲ ਚਾਹੀਦਾ ਜੀ। ਉਹ ਬਰੀਕ ਕੰਮ ਹੈ, ਪਰ ਬਲ ਬੜਾ ਚਾਹੀਦਾ ਜੀ। ਇਸ ਤਰ੍ਹਾਂ ਕਰ ਕਰਕੇ ਜਦੋਂ ਕਰਨਾ ਤੇ ਉਹਦੇ ਤੇ ਲਿਖਿਆ ਮਿਟਾ ਦੇਣਾ ਜੀ ਸਾਰਾ ਕੁਝ। ਇਹ ਏਦਾਂ ਕਰਕੇ ਮਿਟਾਉਣ ਵਾਸਤੇ ਪੋਟਿਆਂ 'ਚ ਬਲ ਚਾਹੀਦਾ ਜੀ। ਪੋਟੇ ਬਹੁਤ ਸਖਤ ਹੋਣਗੇ ਤਾਂ ਹੀ ਇਹ ਸਾਰਾ ਕੁਝ ਹੋਏਗਾ ਨਾ ਜੀ। ਤੇ ਸਾਡੇ ਪੋਟੇ ਪੋਲੇ ਨੇ ਜੀ ਸਾਰਿਆਂ ਦੇ ਜੀ। ਜਿਹੜੇ ਫਿਰ ਕੰਮ ਕਰਦੇ ਉਹਨਾਂ ਦੇ ਪੋਟੇ ਬੜੇ ਸਖਤ ਹੋ ਜਾਂਦੇ ਜੀ। ਐ ਪੋਟੇ ਫੇਰ ਫੇਰ ਕੇ ਨਾ ਜੀ ਉਹਦੇ ਤੋਂ ਲਿਖਿਆ ਹੋਇਆ ਮਿਟਾ ਦੇਣਾ ਜੀ। ਹਾਂਜੀ ਪੁਨੈ ਪਟੇ ਬਾਜੀ ਜਬ ਕਰੈ। ਪਟੇਬਾਜੀ ਸਾਡੀ ਖੇਡ, ਸਾਡਾ ਵਿਰਸਾ, ਜਿਹਨੂੰ ਅਸੀਂ ਗੱਤਕਾ ਕਹਿੰਦੇ ਹਾਂ। ਗੱਤਕਾ ਕੀ ਹੈ? ਅੱਜ ਕੱਲ੍ਹ ਤਾਂ ਕੁਝ ਗਰੁੱਪ ਜਿਹੜੇ ਬਣੇ ਆ ਵੀ ਅਸੀਂ ਬੜੀ ਗੱਤਕਾ ਕਰਦੇ ਹਾਂ। ਗੱਤਕਾ ਕੋਈ ਨਹੀਂ ਕਰਦੇ, ਸਟੰਟਬਾਜ਼ੀ ਕਰਦੇ ਆ। ਗੱਤਕਾ ਕੀ ਹੁੰਦਾ ਜੀ? ਤਲਵਾਰ ਦੇ ਵਾਰ ਕੱਢ ਕੇ ਵਿਖਾਉਣੇ ਜੀ, ਉਹਨੂੰ ਗੱਤਕਾ ਕਹਿੰਦੇ ਆ। ਤਲਵਾਰ ਦੇ ਵਾਰ ਕੱਢ ਕੇ ਵਿਖਾਉਣੇ, ਤਲਵਾਰ ਦੇ ਵਾਰ ਰੋਕਣੇ ਕਿਵੇਂ ਹੈ ਉਹ ਵਿਖਾਉਣੇ ਜੀ। ਹੋਰ ਵੀ ਬੜਾ ਸਾਧ ਸੰਗਤ ਜੀ, ਜੇ ਝੁੰਡ 'ਚ ਫਸ ਗਏ ਤੇ ਤਲਵਾਰ ਦੇ ਵਾਰ ਕਿਵੇਂ ਕੱਢਣੇ ਆ, ਇਹ ਸਾਰਾ ਕੁਝ ਹੈ ਜੀ। ਇਹ ਵੀ ਤਲਵਾਰ ਦੇ ਵਾਰ ਵੀ ਜਦੋਂ ਕੱਢ ਕੱਢ ਕੇ ਵਿਖਾਉਂਦਾ ਸੀ ਨਾ ਜੀ ਪੈਂਦੇ ਖਾਂ। ਹਾਂਜੀ ਨਹੀਂ ਅਗਾਰੀ ਕੋ ਨਰ ਅਰੈ। ਤੇ ਪੈਂਦੇ ਖਾਂ ਦੇ ਅੱਗੇ ਅੜ ਨਹੀਂ ਸੀ ਕੋਈ ਸਕਦਾ ਜੀ। ਇੰਨੇ ਜ਼ਿਆਦਾ ਤਲਵਾਰ ਦੇ ਵਾਰ ਕੱਢ ਕੱਢ ਕੇ ਪੈਂਦੇ ਖਾਂ ਵਿਖਾਉਂਦਾ ਹੁੰਦਾ ਸੀਗਾ ਜੀ। ਸਾਧ ਸੰਗਤ ਜੀ, ਹੁਣ ਮਹਾਰਾਜ 10ਵੇਂ ਪਾਤਸ਼ਾਹ ਦਾ ਗੁਰਪੁਰਬ ਲੰਘਿਆ। ਮੈਂ ਬੇਨਤੀ ਕਰਾਂ, ਜਿਵੇਂ ਪੱਖਾ ਚੱਲਦਾ ਤੇ ਪਰ ਨਜ਼ਰ ਨਹੀਂ ਨਾ ਆਉਂਦਾ, ਮਹਾਰਾਜ 10ਵੇਂ ਪਾਤਸ਼ਾਹ ਜਦੋਂ ਤਲਵਾਰ ਦੇ ਵਾਰ ਕੱਢ ਕੇ ਵਿਖਾਉਂਦੇ ਸੀਗੇ ਤੇ ਤਲਵਾਰ ਹੀ ਨਜ਼ਰ ਨਹੀਂ ਸੀ ਆਉਂਦੀ ਹੁੰਦੀ ਜੀ। ਪਤਾ ਤੇ ਲੱਗਦਾ ਵੀ ਘੁੰਮ ਰਹੀ ਹੈ, ਪਰ ਕਿੱਥੇ ਕੁ ਹੈ ਇਹ ਨਹੀਂ ਪਤਾ ਲੱਗਦਾ ਹੁੰਦਾ ਜੀ। ਇੱਕ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਬਾਰ-ਬਾਰ ਇਲਾਕੇ ਵਿੱਚ ਗਏ, ਗੁਰੂ ਗੋਬਿੰਦ ਸਿੰਘ ਜੀ। ਮਹਾਰਾਜ ਮਾਮਾ ਕਿਰਪਾਲ ਚੰਦ ਜੀ ਨੂੰ ਕਹਿੰਦੇ ਵੀ ਕਵਾਇਦ ਕਰਕੇ ਵਿਖਾਓ। ਘੋੜੇ 'ਤੇ ਚੜ੍ਹ ਕੇ ਤਲਵਾਰ ਦੇ ਵਾਰ ਕੱਢਣੇ ਜੀ, ਨਾਲ ਨਾਲ ਘੋੜਾ ਘੁਮਾਉਣਾ ਤੇ ਨਾਲ ਨਾਲ ਤਲਵਾਰ ਦੇ ਵਾਰ ਕੱਢ ਕੱਢ ਕੇ ਵਿਖਾਉਣੇ। ਹਾਂਜੀ ਬੜਾ ਬਲ ਚਾਹੀਦਾ, ਸਾਹ ਚੜ੍ਹ ਜਾਂਦਾ ਜੀ ਆਮ ਬੰਦੇ ਨੂੰ। ਤੇ ਮਾਮਾ ਜੀ ਨੇ ਨਾ ਜੀ ਫਿਰ ਮਹਾਰਾਜ ਨੂੰ ਕਵਾਇਦ ਕਰਕੇ ਵਿਖਾਈ, ਘੋੜਾ ਵੀ ਘੁਮਾ ਕੇ ਵਿਖਾਇਆ ਤੇ ਤਲਵਾਰ ਦੇ ਵਾਰ ਕੱਢ ਕੇ ਵਿਖਾਏ।
ਤੇ ਫਿਰ ਮਾਮਾ ਕਿਰਪਾਲ ਚੰਦ ਜੀ ਸਤਿਗੁਰੂ ਜੀ ਨੂੰ ਕਹਿੰਦੇ ਮਹਾਰਾਜ ਹੁਣ ਫਿਰ ਆਪ ਕਿਰਪਾ ਕਰੋ ਤੇ ਤੁਸੀਂ ਵੀ ਸਾਨੂੰ ਕੁਝ ਦਿਖਾਓ ਅੱਜ। ਫਿਰ ਸਤਿਗੁਰੂ ਜੀ ਨੇ ਜਦੋਂ ਵਾਰ ਕੱਢ ਕੇ ਵਿਖਾਏ ਸਾਰੇ ਹੱਕੇ ਬੱਕੇ ਹੀ ਰਹਿ ਗਏ ਜੀ। ਤਲਵਾਰ ਹੀ ਨਹੀਂ ਸੀ ਨਜ਼ਰ ਆਉਂਦੀ, ਇੰਨੀ ਫੁਰਤੀ ਦੇ ਨਾਲ ਇੰਨੀ ਤੇਜ਼ੀ ਦੇ ਨਾਲ ਤਲਵਾਰ ਮਹਾਰਾਜ ਚਲਾਉਂਦੇ ਸੀਗੇ ਜੀ। 1 ਸਕਿੰਟ ਵਿੱਚ ਪਤਾ ਨਹੀਂ ਮਹਾਰਾਜ ਗਰੀਬ ਨਵਾਜ ਤੀਰਾਂ ਦਾ ਮੀਂਹ ਵਰਾ ਦਿੰਦੇ ਸੀਗੇ, ਇੰਨੀ ਜ਼ਿਆਦਾ ਤੀਰ ਚਲਾਉਣ ਵਿੱਚ ਸਤਿਗੁਰਾਂ ਦੀ ਫੁਰਤੀ ਸੀ। ਉਂਝ 1 ਮਿੰਟ ਵਿੱਚ ਦੇ ਤੀਰ ਚਲਾਉਣੇ ਆ, ਸਾਡੇ ਵਰਗਾ 1-2 ਚਲਾਏਗਾ, ਮਹਾਰਾਜ ਲਗਾਤਾਰ ਹੀ ਚਲਾਉਂਦੇ ਸੀਗੇ ਤੀਰ ਜੀ। ਹਾਂਜੀ। ਤਬ ਸਤਿਗੁਰ ਆਪਣੋ ਬਲ ਕਰੈ। ਸਾਧ ਸੰਗਤ ਜੀ ਫਿਰ ਪਟੇਬਾਜੀ ਕਰਕੇ ਵਿਖਾਉਣੀ, ਤਲਵਾਰ ਦੇ ਵਾਰ ਕੱਢ ਕੱਢ ਕੇ ਪੈਂਦੇ ਖਾਣੇ ਵਿਖਾਉਣੇ, ਗਤਕਾ ਵਿਖਾਉਣਾ, ਸੋਟਾ ਘੁਮਾ ਕੇ ਵਿਖਾਉਣਾ, ਕੋਈ ਉਹਦੇ ਅੱਗੇ ਅੜਦਾ ਨਹੀਂ ਸੀ। ਜਦੋਂ ਸਾਰੇ ਹਾਰ ਜਾਂਦੇ ਸੀ ਨਾ, ਫਿਰ ਭਾਰੀ ਗੁਰੂ ਹਰਗੋਬਿੰਦ ਸਾਹਿਬ ਆਪ ਜਾਂਦੇ ਹੁੰਦੇ ਸੀਗੇ ਜੀ। ਹਾਂਜੀ। ਅੰਗ ਦਬਾਏ ਗਰਭ ਪਰ ਹਰੈ। ਵਾਹ ਜੀ ਵਾਹ। ਫਿਰ ਪੈਂਦੇ ਖਾਂ ਚ ਗਰਭ ਵੀ ਆ ਜਾਂਦਾ, ਮਾਣ ਵੀ ਆ ਜਾਂਦਾ ਸੀਗਾ। ਮੇਰੇ ਵਰਗਾ ਤੇ ਭਲਵਾਨ ਹੀ ਕੋਈ ਨਹੀਂ, ਮੇਰੇ ਵਰਗਾ ਯੋਧਾ ਹੀ ਕੋਈ ਨਹੀਂ ਹੈ, ਮੇਰੇ ਵਰਗਾ ਹੈ ਹੀ ਕੋਈ ਨਹੀਂ। ਫਿਰ ਮਹਾਰਾਜ ਧੌਣੋਂ ਹੀ ਦੱਬਦੇ ਸੀਗੇ ਇਹਨੂੰ ਜੀ ਗੁਰੂ ਹਰਗੋਬਿੰਦ ਸਾਹਿਬ। ਤੇ ਫਿਰ ਪੈਂਦੇ ਖਾਂ ਦਾ ਮਾਣ ਤੋੜਦੇ ਹੁੰਦੇ ਸੀ ਸੱਚੇ ਪਾਤਸ਼ਾਹ। ਹਾਂਜੀ। ਅੰਗ ਦਬਾਏ ਗਰਭ ਪਰ ਹਰੈ, ਧੌਣੋਂ ਫੜ ਕੇ ਦਬਾ ਲੈਣਾ ਤੇ ਮਹਾਰਾਜ ਜੀ ਨੇ ਇਹਦਾ ਮਾਣ ਤੋੜਨਾ ਜੀ। ਹਾਂਜੀ। ਲੱਜਤ ਹੋਏ ਸੁਣਾਵਹਿ ਬੈਨ। ਇਹ ਫਿਰ ਸ਼ਰਮਿੰਦਾ ਹੋ ਜਾਂਦਾ ਸੀ ਸਾਧ ਸੰਗਤ ਜੀ। ਇਹਨੂੰ ਇਹ ਭੁੱਲ ਗਿਆ ਵੀ ਮੈਨੂੰ ਬਲ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਹੈ ਨਾ, ਬਲ ਤਾਂ ਸਤਿਗੁਰੂ ਨੇ ਦਿੱਤਾ ਹੈ ਨਾ। ਨਾਲੇ ਗੁਰੂ ਹਰਗੋਬਿੰਦ ਸਾਹਿਬ ਵਰਗਾ ਯੋਧਾ ਕੋਈ ਹੋਰ ਹੋ ਸਕਦਾ ਜੀ। ਭਾਈ ਗੁਰਦਾਸ ਜੀ ਲਿਖਦੇ, ਵੱਡ ਜੋਧਾ ਬਹੁ ਪਰ ਉਪਕਾਰੀ, ਵੱਡ ਜੋਧਾ ਬਹੁ ਪਰ ਉਪਕਾਰੀ। ਵੱਡੇ ਜੋਧੇ ਨੇ। ਪੈਂਦੇ ਖਾਂ ਨੂੰ ਜਦੋਂ ਸਤਿਗੁਰਾਂ ਨੇ ਹਰਾ ਦੇਣਾ ਨਾ, ਘਮੰਡ ਉਹਦਾ ਦੂਰ ਕਰਨਾ। ਲੱਜਤ ਹੋਏ ਸੁਨਾਵਹਿ ਬੈਨ, ਹਮ ਬਲੀ ਹਮ ਬਲ ਸਮ ਅਵਨੀ ਕੋ ਹੈ ਨਾ। ਤੇ ਲੱਜਤ ਹੋ ਕੇ ਕਹਿੰਦਾ ਸੀ, ਲਓ ਜੀ ਉਂਝ ਤਾਂ ਮੇਰੇ ਵਰਗਾ ਧਰਤੀ ਤੇ ਹੋਰ ਨਹੀਂ ਕੋਈ ਹੈਗਾ, ਮੈਂ ਹੀ ਹਾਂ ਜੋ ਹਾਂ। ਹਾਂਜੀ। ਅਰਬੇ ਦਿਓ ਨਾ ਦੋ ਪਦ ਮਾਹੀ, ਮੈਂ ਤਾਂ 2 ਕਦਮ ਵੀ ਕਿਸੇ ਨੂੰ ਅੜਨ ਨਾ ਦਿਆਂ ਆਪਣੇ ਅੱਗੇ। ਹਾਂਜੀ। ਸਹੈ ਕੌਣ ਬਲ ਬਚੈ ਸੋ ਨਾਹੀ, ਮੇਰੇ ਬਲ ਅੱਗੇ ਕੌਣ ਅੜ ਸਕਦਾ ਹੈ। ਤਨ ਕੋ ਤ੍ਰਾਨ ਧਾਰ ਕਰ ਆਪ, ਹਾਂਜੀ। ਕਰਹੁ ਨਾ ਬਸ ਮੁਕਉ ਹਰ ਦਾਪ। ਗੱਜ ਕੇ ਆਖੋ। ਕਹਿਣ ਲੱਗਾ ਮੈਨੂੰ ਕੋਈ ਹਰਾ ਨਹੀਂ ਸਕਦਾ, ਕਿਸੇ 'ਚ ਜੁਰਤ ਨਹੀਂ ਹੈ ਮੈਨੂੰ ਕੋਈ ਹਰਾ ਸਕੇ। ਹਾਂਜੀ। ਅਜ਼ਮਤ ਕੋ ਬਲ ਕਰ ਕੇ ਪਾਰੋ, ਹਾਂਜੀ। ਮੁਝ ਕੋ ਬਸ ਕਰ ਲੀਤ ਲਚਾਰੋ। ਪਰ ਇਹ ਗੁਰੂ ਹਰਗੋਬਿੰਦ ਸਾਹਿਬ ਤਾਂ ਕਰਾਮਾਤ ਵਰਤਦੇ ਆ। ਕਹਿੰਦਾ ਦੱਸੋ ਵੀ ਮਹਾਰਾਜ ਦੇ ਸਰੀਰ 'ਚ ਬਲ ਨਹੀਂ ਹੈਗਾ। ਕਹਿੰਦਾ ਵੀ ਕਰਾਮਾਤ ਵਰਤਦੇ। ਕਈ ਵਾਰੀ ਮਹਾਰਾਜ ਨੇ ਇਹਦੇ ਨਾਲ ਪੰਜਾ ਵੀ ਲੜਾਉਣਾ ਸੱਚੇ ਪਾਤਸ਼ਾਹ ਨੇ, ਵੀ ਆ ਜਾ ਫਿਰ ਪੰਜਾ ਹੀ ਸਹੀ। ਤੇ ਪੰਜੇ 'ਚ ਵੀ ਇਹ ਹਾਰ ਜਾਂਦਾ ਹੁੰਦਾ ਸੀਗਾ ਜੀ। ਤੇ ਫਿਰ ਕਹਿਣਾ ਮੇਰੇ ਅੱਗੇ ਅੜ ਤੇ ਨਹੀਂ ਕੋਈ ਸਕਦਾ। ਗੁਰੂ ਹਰਗੋਬਿੰਦ ਸਾਹਿਬ ਗੁਰੂ ਹੈ ਨਾ, ਫਿਰ ਸ਼ਕਤੀ ਦੇ ਨਾਲ ਜਿੱਤ ਜਾਂਦੇ ਹੈ। ਏਦਾਂ ਕਹਿਣਾ। ਸ਼ਰਮਿੰਦਾ ਹੋਇਆ। ਇਹਨੂੰ ਹਰਾਉਣ ਦੀ ਕਰਾਮਾਤ ਦੀ ਕੀ ਲੋੜ ਹੈਗੀ ਕਿਸੇ ਦੀ। ਆਖੋ ਵਾਹਿਗੁਰੂ। ਐਡੇ ਵੱਡੇ ਗੁਰੂ ਹਰਗੋਬਿੰਦ ਸਾਹਿਬ ਇਹਦੇ ਵਾਸਤੇ ਹੀ ਕਰਾਮਾਤ ਵਿਖਾਉਣੀ ਹੈ? ਨਹੀਂ, ਮਹਾਰਾਜ ਸਰੀਰ 'ਚ ਏਡੇ ਬਲੀ ਹੈਗੇ ਨੇ ਜੀ। ਹਾਂਜੀ। ਇਮ ਹੰਕਾਰ ਜਾਸ ਕੇ ਹੋਵਾ। ਸ਼ਰਮਿੰਦਾ ਹੋਇਆ ਵੀ ਹੰਕਾਰ ਹੀ ਵਿਖਾਉਂਦਾ ਜੀ। ਸ਼ਰਮਿੰਦਾ ਹੋਇਆ ਵੀ ਇਹ ਤੇ ਮਹਾਰਾਜ ਕਰਾਮਾਤ ਵਿਖਾ ਦਿੰਦੇ ਨੇ ਜੀ, ਨਹੀਂ ਤੇ ਮੈਂ ਕਿੱਥੋਂ ਹਾਰਦਾ ਜੀ। ਹਾਂਜੀ। ਨਿਜ ਬਲ ਸਮ ਦੂਸਰ ਨੇ ਜੋਵਾ। ਪਰ ਇਹੋ ਹੀ ਸਮਝਦਾ ਸੀਗਾ ਵੀ ਮੇਰੇ ਵਰਗਾ ਹੋਰ ਨਹੀਂ ਕੋਈ ਹੈਗਾ। ਆਏ ਸੰਗਤਾਂ ਦੇਸ਼ ਵਿਦੇਸ਼, ਹਾਂਜੀ। ਦੇਖਤ ਬਿਸਮਤ ਹਿਰਦੈ ਅਸ਼ੇਸ਼। ਇਸ ਪ੍ਰਕਾਰ ਦਿਨ ਕਿਤਕ ਬਿਤਾਏ, ਅਦਭੁਤ ਆਪਣੇ ਚਰਿਤ ਦਿਖਾਏ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਕੌਤਕ ਵਿਖਾਉਂਦੇ ਆ। ਹਜੂਰ ਮਹਾਰਾਜ ਕੌਤਕ ਵਿਖਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਆ। ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਪੈਂਦੇ ਖਾਂ ਨਾਲ ਵੀ ਕਈ ਕੌਤਕ ਕਰਦੇ ਸੱਚੇ ਪਾਤਸ਼ਾਹ, ਕਈ ਤਰ੍ਹਾਂ ਦੀਆਂ ਲੀਲਾ ਵਿਖਾਉਂਦੇ ਆ।
ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਆਓ 1-2 ਮਿੰਟ ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗੀਏ। ਸਾਵਧਾਨ ਹੋ ਕੇ ਪਿਆਰ ਨਾਲ ਸਾਰੇ ਕਹੋ ਜੀ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ